KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 3 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫ਼ਤੇ ਦੇ 5 ਦਿਨ ਜਾਣੀ ਕਿ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮਸ ਤੁਸੀਂ ਸੁਣ ਸਕਦੇ ਹੋ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ KRPA 1110 AM ਤੇ। ਸਟੂਡੀਓ ਦਾ ਨੰਬਰ ਹੈ 6045929191 6045929191। ਸਵਾਗਤ ਕਰਦੇ ਹਾਂ ਡਾਕਟਰ ਸ਼ਿੰਦਰ ਪੁਰੇਵਾਲ ਜੀ ਦਾ। ਡਾਕਟਰ ਸਾਹਿਬ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਡਾਕਟਰ ਸਾਹਿਬ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪਾਂ ਵੈਸੇ ਵੀ ਪਿਛਲੇ ਪ੍ਰੋਗਰਾਮਸ ਦੇ ਵਿੱਚ ਵੀ ਹੈਲਥ ਕੇਅਰ ਸਿਸਟਮ ਦੀ ਗੱਲ ਕਰਦੇ ਹਾਂ। ਜਿਹੜਾ BC ਦਾ ਹੈਲਥ ਕੇਅਰ ਸਿਸਟਮ ਆ ਨਾ, ਇਹ ਸੱਚਮੁੱਚ ਹੀ ਕੋਲੈਪਸ ਹੋ ਚੁੱਕਿਆ। ਇੰਨੇ ਜ਼ਿਆਦਾ ਲੋਕ ਦੁਖੀ ਹੋ ਚੁੱਕੇ ਆ ਕਿ ਨਿਊਜ਼ਪੇਪਰ ਦੇ ਵਿੱਚ ਐਡ ਪਾਉਣ ਨੂੰ ਮਜਬੂਰ ਆ ਕਿ ਉਹਨਾਂ ਨੂੰ ਇੱਕ ਡਾਕਟਰ ਦੀ ਜ਼ਰੂਰਤ ਆ ਜਿਹੜਾ ਪ੍ਰੈਸਕ੍ਰਿਪਸ਼ਨ ਲਿਖ ਕੇ ਦੇ ਸਕੇ। ਵੈਨਕੂਵਰ ਆਈਲੈਂਡ 'ਚ ਇੱਕ ਕਪਲ ਰਹਿੰਦਾ, ਮਾਈਕਲ ਮੌਟ ਤੇ ਉਹਨਾਂ ਦੀ ਵਾਈਫ। ਤਾਂ ਮਾਈਕਲ ਮੌਟ ਦਾ ਜਿਹੜਾ ਡਾਕਟਰ ਹੈਗਾ ਉਹ ਰਿਟਾਇਰ ਹੋ ਚੁੱਕਾ। ਉਹਨਾਂ ਨੇ ਬਹੁਤ ਟਰਾਈ ਕੀਤੀ, ਮਤਲਬ ਕਿ ਉਹਨਾਂ ਨੂੰ ਫੈਮਿਲੀ ਡਾਕਟਰ ਮਿਲ ਜੇ। ਸਾਰੇ ਉਹਨਾਂ ਨੇ ਐਵੀਨਿਊਜ਼ ਦੇਖੇ ਪਰ ਉਹਨਾਂ ਨੂੰ ਹਜੇ ਤੱਕ ਡਾਕਟਰ ਨਹੀਂ ਸੀ ਮਿਲਿਆ। ਤਾਂ ਫਿਰ ਉਹਨੂੰ ਮੈਡੀਸਨ ਦੀ ਲੋੜ ਸੀਗੀ ਕਿਉਂਕਿ ਫਾਰਮਾਸਿਸਟ ਨੇ ਕਹਿ ਦਿੱਤਾ ਕਿ ਜੇ ਹੁਣ ਨਵੀਂ ਦਵਾਈ ਲੈਣੀ ਹੈਗੀ ਤਾਂ ਪ੍ਰੈਸਕ੍ਰਿਪਸ਼ਨ ਜਿਹੜੀ ਨਵੇਂ ਡਾਕਟਰ ਤੋਂ ਲਿਖਵਾਉਣੀ ਪੈਣੀ ਆ। ਉਹ ਇੰਨਾ ਦੁਖੀ ਸੀ ਕਿ ਉਹਨਾਂ ਨੇ ਵਿਕਟੋਰੀਆ ਟਾਈਮਸ ਕਾਲੋਨਿਸਟ ਨਿਊਜ਼ਪੇਪਰ ਦੇ ਵਿੱਚ ਐਡ ਪਾਈ ਕਿ ਉਹਨਾਂ ਨੂੰ ਇੱਕ ਪ੍ਰੈਸਕ੍ਰਿਪਸ਼ਨ ਰਿਨਿਊਅਲ ਦੇ ਲਈ ਇੱਕ ਲਾਇਸੈਂਸਡ ਡਾਕਟਰ ਦੀ ਜ਼ਰੂਰਤ ਆ ਤੇ ਫੀਸ ਦੇਣ ਦੇ ਲਈ ਵੀ ਤਿਆਰ ਆ। ਹਾਲਾਤ ਇੰਨੇ ਮਾੜੇ ਹੋ ਚੁੱਕੇ ਆ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਇੱਕ ਤਾਂ ਜਿਹੜੀ ਹੈਲਥ ਕੇਅਰ ਸਿਸਟਮ ਸਾਡਾ ਕੋਲੈਪਸ ਹੋਇਆ, ਨੰਬਰ 1 ਇੱਥੇ ਓਪੀਆਈਡ ਦੀ ਇਸ਼ੂ ਸੀ ਪਹਿਲਾਂ ਇਹਨਾਂ ਨੂੰ ਜਦੋਂ NDP ਪਾਵਰ ਦੇ ਵਿੱਚ ਆਈ। ਹਾਂਜੀ। ਇਹ ਕਹਿੰਦੇ ਕਿ ਅਸੀਂ ਐਮਰਜੈਂਸੀ ਦੇ ਤੌਰ ਤੇ ਉਹਨਾਂ ਨਾਲ ਡੀਲ ਕਰਾਂਗੇ। ਕਿੰਨਾ ਕੁ ਡੀਲ ਕੀਤਾ? ਅਜੇ ਅੱਜ ਵੀ 6 ਬੰਦੇ ਸ਼ਾਮ ਤਾਈਂ ਮਰ ਜਾਣੇ ਆ ਜ਼ਿਆਦਾ ਡਰੱਗ ਲੈ ਕੇ ਜੀ। ਸਾਡੀ ਆਬਾਦੀ ਕਿੰਨੀ? 52 ਲੱਖ ਆ ਬਸ। ਉਹਦੇ ਵਿੱਚ 6 ਬੰਦੇ ਰੋਜ਼ ਮਰਨ ਤੇ ਓਪੀਓਇਡ ਕ੍ਰਾਈਸਿਸ ਇਹਨਾਂ ਤੋਂ ਸੋਲਵ ਨਹੀਂ ਹੋਇਆ ਜੀ। ਪਹਿਲਾਂ ਕਹਿੰਦੇ ਸੀ ਕਿ ਅਸੀਂ ਰੀਹੈਬ ਸਿਸਟਮ ਬਣਾ ਦੇਣਾ, ਆਹ ਬਣਾ ਦੇਣਾ। ਉਹ ਜਿਹੜਾ ਸਰਕਾਰੀ ਜਿੰਨੇ ਸੀਗੇ ਉਹਨਾਂ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਲੋਕਾਂ ਨੂੰ। ਪ੍ਰਾਈਵੇਟ ਦੇ ਵਿੱਚ ਪੈਸੇ ਬਹੁਤ ਆ, ਜਿਹੜਾ ਆਮ ਬੰਦਾ ਆ ਉਹਦੇ ਲਈ ਅਫੋਰਡ ਕਰਨਾ ਮੁਸ਼ਕਿਲ ਹੈ। ਐਂਡ ਦੂਜੀ ਗੱਲ, ਇਹ ਜ਼ਰੂਰੀ ਨਹੀਂ ਹੈ ਕਿ ਉਹ ਬੰਦੇ ਜਾਣ ਉੱਥੇ ਇੰਨੇ ਪੈਸੇ ਲਾਉਣ ਤੇ ਉਹ ਐਕਚੁਅਲੀ ਠੀਕ ਹੋ ਜਾਣ, ਇੱਕ ਗਰੰਟੀ ਨਹੀਂ ਹੈ। ਤੇ ਦੂਸਰਾ ਵਿੱਚ ਪੈਂਡੈਮਿਕ ਆ ਗਿਆ, ਦੂਸਰਾ ਵੱਡਾ ਕ੍ਰਾਈਸਿਸ ਜਿਹੜਾ। ਡਾਕਟਰ ਸਾਹਿਬ, ਪੈਂਡੈਮਿਕ ਦੇ ਸਮੇਂ ਤਾਂ ਹੈਲਥ ਕੇਅਰ ਸਿਸਟਮ ਦੀ ਅਸਲੀ ਪਿਕਚਰ ਲੋਕਾਂ ਸਾਹਮਣੇ ਆਈ ਆ। ਹੁਣ ਉਹ ਸਮਾਂ ਆ ਗਿਆ ਜਦੋਂ ਹਰ ਇੱਕ ਨੂੰ ਲੋੜ ਪਈ ਜੀ। ਤੇ ਜਦੋਂ ਲੋੜ ਪਈ ਤਾਂ ਇਹਨਾਂ ਨੂੰ ਪਤਾ ਲੱਗਾ ਕਿ ਸਾਡਾ ਤਾਂ ਸਿਸਟਮ ਕੰਮ ਹੀ ਨਹੀਂ ਕਰਦਾ। ਇੱਕ ਹੈਲਥ ਮਿਨਿਸਟਰ ਤੇ BC ਸਰਕਾਰ ਤੋਂ ਬਿਨਾਂ ਸਾਰਿਆਂ ਨੂੰ ਪਤਾ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਸੀ। ਤੁਸੀਂ ਦੇਖੋ ਵੀ ਸਭ ਕੁਝ ਜਾਣਨ ਦੇ ਬਾਵਜੂਦ ਵੀ ਇਹਨਾਂ ਨੇ ਪਿੱਛੇ ਜਾਏ ਜਿਹੜਾ ਪ੍ਰਾਇਮਰੀ ਹੈਲਥ ਕੇਅਰ ਸਿਸਟਮ ਆ, ਜਿਹਨੂੰ ਅਸੀਂ ਕਹਿੰਦੇ ਕੋਈ ਡਾਕਟਰ ਚਾਹੀਦੇ ਆ, ਜਿਹੜਾ ਆਪਣਾ ਫੈਮਿਲੀ ਡਾਕਟਰ ਚਾਹੀਦਾ, ਉਹ ਲਈ ਪਲਾਨ ਬਣਾ ਦਿੱਤੀ ਕਿ ਛੋਟੇ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਨਵੇਂ ਗ੍ਰੈਜੂਏਟ ਚੱਲ ਜਾਣ। ਹਾਂਜੀ। ਇੱਕ ਬੰਦੇ ਨੇ ਸਾਈਨ ਨਹੀਂ ਕੀਤੇ ਅਜੇ ਤਾਈਂ ਜੀ। ਤੁਸੀਂ ਦੇਖ ਲਓ ਵੀ ਇਹ F- ਜੇ ਮਿਲਦੀ ਹੋਵੇ ਤਾਂ ਏਡਰੀਅਨ ਡਿਕਸਨ ਨੂੰ ਦਿੱਤੀ ਜਾ ਸਕਦੀ ਜੀ। ਡਾਕਟਰ ਸਾਹਿਬ ਬਿਲਕੁਲ, ਕਿ ਜਿਹੜੇ ਮੰਤਰੀ ਨੇ ਇੱਕ ਪ੍ਰੋਗਰਾਮ ਬਣਾਤਾ, ਇੱਕ ਪਾਲਿਸੀ ਬਣਾਤੀ ਬਿਨਾਂ ਹੀ ਕਿਸੇ ਨੂੰ ਪੁੱਛੇ ਦੱਸੇ। ਖਾਸ ਤੌਰ ਤੇ ਉਹਨਾਂ ਨੂੰ ਤਾਂ ਪੁੱਛ ਲੈਂਦੇ ਜਿਨ੍ਹਾਂ ਨੇ ਐਕਚੁਅਲੀ ਜਾ ਕੇ ਸਾਈਨ ਕਰਨੇ। ਹਾਂਜੀ। ਅੱਛਾ, ਜੇ ਇੱਕ ਵੀ ਬੰਦਾ ਤੁਹਾਨੂੰ ਨਹੀਂ ਲੱਭਾ, ਇਹਦਾ ਮਤਲਬ ਤੁਹਾਡੇ 'ਚ ਕੋਈ ਨਾ ਤਾਂ ਕੋਈ ਨੁਕਸ ਹੈਗਾ ਨਾ। ਹਾਂਜੀ ਡਾਕਟਰ ਸਾਹਿਬ, ਪੱਕਾ ਕੋਈ ਨਾ ਕੋਈ ਕਮੀ ਤੇ ਹੈ ਕਿਤੇ ਨਾ ਕਿਤੇ। ਕਮੀ ਪੇਸ਼ੀ ਹੈ। ਹਾਂਜੀ। ਫਿਰ ਅਸੀਂ ਗੱਲ ਕਰ ਲੈਂਦੇ ਕਿ ਅਸੀਂ ਜਨਰਲੀ ਤੌਰ ਤੇ ਤਾਂ ਲੋਕ ਕਹਿੰਦੇ ਚਲੋ ਬਾਹਰੋਂ ਡਾਕਟਰਾਂ ਨੂੰ ਸੱਦ ਲਓ। ਇਸ਼ੂ ਹੈਗੀ ਹੈ ਬਾਹਰੋਂ ਡਾਕਟਰਾਂ ਨੂੰ ਸੱਦਣ ਲਈ ਨਾ। ਕੁਛ ਇੱਕ ਦੇਸ਼ਾਂ ਦੇ ਵਿੱਚ ਬੜੇ ਸੋਹਣੇ ਉਹਨਾਂ ਦੇ ਮੈਡੀਕਲ ਪ੍ਰੋਗਰਾਮ ਵੀ ਆ, ਪਰ ਛੋਟੀ ਜਿਹੀ ਪਰਸੈਂਟੇਜ ਹੈ ਜਿਹੜੀ ਹੇਰਾਫੇਰੀ ਤੇ ਤੁਲੀ ਹੋਈ ਹੈ। ਜਿੱਦਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ, ਹੁਣ ਪਾਕਿਸਤਾਨ ਦੇ ਵਿੱਚ ਇੱਕ ਇੰਟਰਨੈਸ਼ਨਲ ਬਾਡੀ ਆ ਜਿਹੜੀ ਮੈਡੀਕਲ ਕਾਲਜਸ ਨੂੰ ਮਾਨਤਾ ਦਿੰਦੀ ਆ। ਉਹ ਦੇਖਦੇ ਆ ਕਿ ਇਹਨਾਂ ਦੀ ਕੋਈ ਫੈਸਿਲਿਟੀਜ਼ ਕਿੱਦਾਂ ਦੀਆਂ,
ਕਿੱਦਾਂ ਦੀ ਐਜੂਕੇਸ਼ਨ ਦਿੰਦੇ ਆ, ਕਿਹੜੀ ਫੈਕਲਟੀ ਹੈ ਇਹਨਾਂ ਤੋਂ, ਕਿੰਨੀ ਰਿਸਰਚ ਕਰਦੇ ਆ, ਸਭ ਕੁਝ ਦੇਖਦੇ ਆ। ਤਾਂ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਨਾਲ ਜੁੜੀ ਹੋਈ ਹੈ। ਉਹਨਾਂ ਨੇ ਹੁਣ 2023 ਤਾਈਂ ਇਹਨਾਂ ਨੂੰ ਪਾਕਿਸਤਾਨ ਦੀ ਮੈਡੀਕਲ ਅਥਾਰਟੀ ਨੂੰ ਸਮਾਂ ਦਿੱਤਾ ਆ ਕਿ ਪਹਿਲਾਂ ਉਹਨਾਂ ਨੇ ਫੇਲ ਕਰਤੇ ਸੀ ਉਹ। ਸੋ ਪਾਕਿਸਤਾਨ ਦੇ ਵਿੱਚ ਕੁਛ ਕੁ ਬੰਦਿਆਂ ਨੇ ਇਹ ਕੰਮ ਕੀਤਾ ਕਿ ਜਿੰਨੇ ਵੀ ਮੈਡੀਕਲ ਕਾਲਜ ਆ ਅੱਜ ਤਾਈਂ, ਜਿੰਨੇ ਵੀ ਗ੍ਰੈਜੂਏਟ ਉੱਥੋਂ ਹੋਏ ਆ, ਉਹਨਾਂ ਨੂੰ ਮਾਨਤਾ ਕਿਸੇ ਵੀ ਸਰਕਾਰ ਨੇ ਦੁਨੀਆ ਭਰ 'ਚ ਨਹੀਂ ਦੇਣੀ। ਇੱਕ ਸਮਾਲ ਜਿਹਦਾ ਕਿ ਛੋਟੀ ਜਿਹੀ ਫਿਸ਼ ਨੇ ਉਹਨਾਂ ਦਾ ਸਾਰਿਆਂ ਦਾ ਕਰੀਅਰ ਖਤਮ ਕਰਤਾ ਜੀ। 2023 ਤੋਂ ਬਾਅਦ ਜੇ ਉਹਨਾਂ ਨੇ ਮਾਨਤਾ ਨਾ ਦਿੱਤੀ ਤੇ ਪਾਕਿਸਤਾਨ ਦੇ ਵਿੱਚੋਂ ਕੋਈ ਵੀ ਡਾਕਟਰ ਆਇਆ ਜਿਹੜਾ ਇੱਥੇ, ਉਹਦਾ ਲਾਇਸੈਂਸ ਜਾਂਦਾ ਲੱਗਣਾ। ਸੋ ਇਹ ਇੱਕ ਜਦੋਂ ਬਾਹਰੋਂ ਅਸੀਂ ਮੰਗਾਉਂਦੇ ਆ ਨਾ ਡਾਕਟਰ, ਇੱਕ ਵੱਡੀ ਪ੍ਰੋਬਲਮ ਇਹ ਵੀ ਆਉਂਦੀ ਹੈ ਵੀ ਉੱਥੋਂ ਠੀਕ ਵੀ ਮੈਡੀਕਲ ਐਜੂਕੇਸ਼ਨ ਲੈ ਕੇ ਆਉਂਦੇ ਜਾਂ ਨਹੀਂ ਆਉਂਦੇ। ਪਰ ਜੇ ਉਹ ਇੱਥੇ ਆ ਕੇ ਮੈਡੀਕਲ ਸਿਸਟਮ ਦੇ ਵਿੱਚ ਐਗਜ਼ਾਮ ਪਾਸ ਕਰ ਲੈਂਦੇ ਨੇ, ਰੈਜ਼ੀਡੈਂਸੀ ਠੀਕ ਕਰ ਲੈਂਦੇ ਨੇ, ਫਿਰ ਤਾਂ ਇਹਦਾ ਮਤਲਬ ਕੋਈ ਨਾ ਕੋਈ ਤਾਂ ਠੀਕ ਕਰਦੇ ਹੀ ਹੋਣੇ ਆ। ਹਾਂਜੀ। ਜਿਹੜਾ ਉਹਨੇ ਇੱਥੇ ਆ ਕੇ ਐਗਜ਼ਾਮ ਵੀ ਪਾਸ ਕਰ ਲਏ, ਜੋ ਤੁਸੀਂ ਸਟੈਂਡਰਡ ਲਾਏ ਨੇ ਉਹ ਉਹਨਾਂ ਦੇ ਉੱਪਰ ਪੂਰਾ ਉਤਰੇ ਹੋ, ਤੇ ਪੂਰਾ ਉਤਰਨ ਤੋਂ ਬਾਅਦ ਫਿਰ ਤੁਸੀਂ ਉਹਨਾਂ ਨੂੰ ਮੈਡੀਕਲ ਡਾਕਟਰ ਦੇ ਤੌਰ ਤੇ ਬਹੁਤ ਦੇਸ਼ ਅਜੇ ਇੱਕ ਵੱਡਾ ਪੂਲ ਸਾਡਾ ਜਿਹੜਾ ਆ ਉਹ ਹੈਗਾ ਸਾਡੇ ਬੱਚੇ ਜਿਹੜੇ ਇੱਥੋਂ ਜਾਂਦੇ ਆ। ਮੈਡੀਕਲ ਕਾਲਜਸ ਦੇ ਵਿੱਚ ਸਭ ਤੋਂ ਵੱਧ ਨੰਬਰ ਆਉਂਦਾ ਇੰਡੀਆ ਦਾ। ਇੰਡੀਆ ਦੇ ਕੋਲ ਸਭ ਤੋਂ ਵੱਧ ਮੈਡੀਕਲ ਕਾਲਜ ਆ। ਸਾਡੇ ਤੋਂ ਉਹਨਾਂ ਮੁਲਕਾਂ ਦੇ ਵਿੱਚ ਆ ਅਸੀਂ ਜਿਨ੍ਹਾਂ ਦੇ ਵਿੱਚ ਸਭ ਤੋਂ ਘੱਟ ਆ। BC ਦੇ ਵਿੱਚ ਤਾਂ ਇੱਕ ਹੀ ਆ ਨਾ। ਹਾਂਜੀ। ਇਹ ਆਪਣੇ ਆਪ ਨੂੰ ਬਹੁਤ ਵੱਡੇ ਸਮਝਦੇ ਆ ਕਿ ਅਸੀਂ ਪਹਿਲੀ ਦੁਨੀਆ ਵਾਲੇ, ਅਸੀਂ G7 ਵਾਲੇ ਆ। ਉਹ G7 'ਚ ਤੁਹਾਨੂੰ ਰੱਖਿਆ ਹੈ US ਵਾਲਿਆਂ ਨੇ ਵੋਟ ਲੈਣ ਲਈ। ਹਾਂਜੀ। ਤੇ ਪਰ ਜਿਹੜੀ ਸਿਸਟਮ ਦੇ ਵਿੱਚ ਸਾਡੇ ਹੁਣ ਪ੍ਰਾਇਮਰੀ ਹੈਲਥ ਕੇਅਰ ਸਿਸਟਮ ਦੀ ਗੱਲ ਕਰਦੇ ਹਾਂ, 1 ਮਿਲੀਅਨ ਬੰਦਿਆਂ ਨੂੰ ਦੇਖੋ ਫੈਮਿਲੀ ਡਾਕਟਰ ਹੈ ਨਹੀਂ ਇੱਥੇ। 1 ਮਿਲੀਅਨ ਦਾ ਮਤਲਬ 10 ਲੱਖ ਲੋਕਾਂ ਤੋਂ 52 ਲੱਖ ਦੀ ਪਾਪੂਲੇਸ਼ਨ ਚੋਂ 10 ਲੱਖ ਲੋਕਾਂ ਤੋਂ ਮਤਲਬ ਫੈਮਿਲੀ ਡਾਕਟਰ ਹੈ ਹੀ ਨਹੀਂ। 20 ਮਤਲਬ ਹਰ ਪੰਜਵਾਂ ਬੰਦਾ ਫੈਮਿਲੀ ਡਾਕਟਰ ਤੋਂ ਬਿਨਾਂ ਹੈ। ਹਾਂਜੀ। ਹੁਣ ਇੱਕ ਪਾਸੇ ਤਾਂ ਹੈਗਾ ਫੈਮਿਲੀ ਡਾਕਟਰ ਜਿਹੜੇ ਆ ਉਹਨਾਂ ਦੀ ਰਾਏ ਆ, ਉਹਨਾਂ ਦੀ ਰਾਏ ਤਾਂ ਹੁੰਦੀ ਹਮੇਸ਼ਾ ਹੀ ਵੀ ਸਾਨੂੰ ਹੋਰ ਪੈਸੇ ਦਿਓ। ਦੂਸਰੇ ਪਾਸੇ ਸਰਕਾਰ ਨੂੰ ਇਦਾਂ ਦੇ ਬੰਦੇ ਬਿਠਾਲੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕੀ ਕਰੀਏ। ਕੈਨੇਡਾ ਦੇ ਵਿੱਚ ਜਿਹੜੀ ਆ ਡਿਬੇਟ ਚੱਲਣੀ ਪਿੱਛੇ ਚੱਲਣੀ ਚਾਹੀਦੀ ਸੀ, ਜਿਹੜੀ ਚੱਲੀ ਨਹੀਂ ਵੈਸੇ, ਕਿਉਂਕਿ ਪੋਲੀਟੀਸ਼ੀਅਨ ਜਿਹੜੇ ਆ ਉਹ ਤਾਂ ਜ਼ਿਆਦਾ ਦਿਲਚਸਪ ਆ ਇੱਕ ਦੂਜੇ ਤੇ ਉਂਗਲੀਆਂ ਕਰਨ 'ਚ। ਹਾਂਜੀ। ਇੱਥੇ ਪ੍ਰੀਮੀਅਰਜ਼ ਮਿਲੇ ਸਾਰੇ ਜੌਨ ਹਾਰਗਨ ਦੀ ਅਗਵਾਈ ਦੇ ਵਿੱਚ। ਇਹਨਾਂ ਨੇ ਉਂਗਲੀ ਕਰਤੀ ਕਿ ਫੈਡਰਲ ਗਵਰਨਮੈਂਟ ਸਾਨੂੰ ਪੈਸੇ ਦੇਵੇ। ਹਾਂਜੀ, ਫੰਡਸ ਦੀ ਉਹ ਗੱਲ ਕੀਤੀ ਇਹਨਾਂ ਨੇ। ਇਸ਼ੂ ਤਾਂ ਹੈਗੀ ਹੈ ਇਹਨੂੰ ਮੈਨੇਜ ਕਿੱਦਾਂ ਕਰਨਾ। ਹੁਣ 25 ਬਿਲੀਅਨ ਤੋਂ ਜ਼ਿਆਦਾ ਡਾਲਰ ਖਰਚ ਕਰਦੇ ਆ ਇੱਕ ਸਾਲ ਦੇ ਵਿੱਚ ਇੱਥੇ। ਹਾਂਜੀ। ਤਾਂ ਪੈਸਾ ਵੀ ਲੋੜ ਪੈਂਦੀ ਆ, ਪਰ ਪੈਸੇ ਨਾਲ ਹਰ ਸੋਲੂਸ਼ਨ ਨਹੀਂ ਮਿਲਦਾ। ਜੀ। ਅਸੀਂ ਵੀ ਓਨੀ GDP ਲਾਉਣੇ ਆ ਜਿੰਨੇ ਕਈ ਯੂਰਪੀਅਨ ਮੁਲਕ ਹੋਰ ਵੀ ਲਾਉਂਦੇ ਆ, ਜਿੰਨੀ GDP US ਵਾਲੇ ਲਾਉਂਦੇ ਆ। ਤਾਂ ਫਿਰ ਸਾਡੇ ਇਹ ਸਿਸਟਮ ਕਿਉਂ ਕਲੈਪਸ ਹੋ ਗਿਆ? ਇਹ ਸੁਣਨਾ ਮਤਲਬ ਇਹ ਸੋਚਣ ਵਾਲੀ ਗੱਲ ਹੈ ਨਾ। ਪੈਸੇ ਤਾਂ ਅਸੀਂ ਓਨੇ ਹੀ ਖਰਚਦੇ ਹਾਂ ਜੀ, ਪਰ ਉਹ ਨਾ ਪੈਸਿਆਂ ਦੇ ਵਿੱਚ ਸਾਨੂੰ ਜਿਹੜਾ ਪ੍ਰੋਡਕਟ ਉਹ ਮਿਲਣਾ ਚਾਹੀਦਾ ਉਹ ਮਿਲ ਨਹੀਂ ਰਿਹਾ। ਹਾਂਜੀ। ਸਾਡੇ ਬੱਚੇ ਇੱਥੋਂ ਜਾਂਦੇ ਆ, ਇਹਨਾਂ ਦੇ ਕੋਲ ਮੈਡੀਕਲ ਕਾਲਜ ਹੀ ਨਹੀਂ ਬਣਦੇ। ਬਸ ਸਾਡੇ ਕੋਲ ਫੈਕਲਟੀ ਹੈ ਜਿਹੜੀ ਪੜ੍ਹਾ ਸਕਦੀ ਹੈ ਵੱਖ-ਵੱਖ ਯੂਨੀਵਰਸਿਟੀ ਦੇ ਵਿੱਚ। ਸਾਡੇ ਤੋਂ ਹਸਪਤਾਲ ਵੀ ਹੈਗੇ ਆ, ਜੇ ਟ੍ਰੇਨ ਕਰਨਾ ਚਾਹੁੰਦੇ ਕਰ ਸਕਦੇ। ਹੁਣ ਇੱਥੋਂ ਬੱਚੇ ਜਿਹੜੇ ਬਾਹਰ ਜਾਂਦੇ ਆ ਉਹ ਫਿਰ ਮੁੜ ਕੇ ਰੈਜ਼ੀਡੈਂਸੀ ਕਿੱਥੇ ਕਰਦੇ ਆ ਕੇ? US ਦੇ ਵਿੱਚ। ਇਹਨਾਂ ਨੂੰ ਕੈਨੇਡਾ ਵਾਲਿਆਂ ਨੂੰ ਕੀ ਅੱਗ ਲੱਗੀ ਹੈ? ਇਹ ਨਹੀਂ ਬੰਦਿਆਂ ਨੂੰ ਸੱਦ ਸਕਦੇ। ਇਹਨਾਂ ਨੇ ਕੋਈ ਪ੍ਰੋਗਰਾਮ ਉਹਨਾਂ ਦੇ ਨਾਲ ਰਿਲੇਸ਼ਨ ਹੀ ਨਹੀਂ ਬਣਾਇਆ। ਜਿਹੜੇ ਮੈਡੀਕਲ ਕਾਲਜ ਕੈਰੀਬੀਅਨ ਦੇ ਵਿੱਚ ਆ ਜਾਂ ਆਇਰਲੈਂਡ ਦੇ ਵਿੱਚ ਆ, ਈਸਟਰਨ ਯੂਰਪ ਦੇ ਵਿੱਚ ਜਿਹੜੇ ਐਜੂਕੇਸ਼ਨ ਦੇ ਰਹੇ ਉਹਨਾਂ ਦੇ ਨਾਲ ਬਣਾ ਲੈਣ ਕਿ ਇਹਨਾਂ ਤੋਂ ਜਿੰਨੇ ਐਟਲੀਸਟ ਕੈਨੇਡੀਅਨ ਸਟੂਡੈਂਟਸ ਆ। ਹਾਂਜੀ। ਪਹਿਲੀ ਪ੍ਰਾਇਓਰਟੀ ਉਹਨਾਂ ਨੂੰ ਦਿੰਦੇ ਆ ਕਿ ਸਾਡੇ ਆ ਕੇ ਰੈਜ਼ੀਡੈਂਸੀ ਕਰਨ। ਜੀ। ਜਦੋਂ ਰੈਜ਼ੀਡੈਂਸੀ ਕਰ ਲਈ ਉਹਨਾਂ ਨੇ ਤਾਂ ਨੈਚੁਰਲੀ ਦੇ ਵਾਂਟ ਟੂ ਸਟੇ ਹੀਅਰ। ਆਫ ਕੋਰਸ। ਹੁਣ ਜਿਹੜੇ ਇੱਕ ਰੌਲਾ ਪਾਉਂਦੇ ਸੀ ਪਹਿਲਾਂ ਕਿ ਜਿਹੜੇ ਛੋਟੇ ਛੋਟੇ ਸ਼ਹਿਰ ਹਨ
ਉਹਨਾਂ ਦੇ ਵਿੱਚ ਮੈਡੀਕਲ ਡਾਕਟਰ ਘੱਟ ਜਾ ਕੇ ਸੈਟਲ ਹੋਣਾ ਚਾਹੁੰਦੇ ਆ, ਤਾਂ ਹੀ ਇਨਸੈਂਟਿਵ ਦਿੰਦੇ ਸੀ। ਹਾਂਜੀ। ਹੁਣ ਵਿਕਟੋਰੀਆ ਕੋਈ ਛੋਟਾ ਸ਼ਹਿਰ ਨਹੀਂ ਹੈ, ਵਿਕਟੋਰੀਆ ਵੱਡਾ ਸ਼ਹਿਰ ਆ, ਔਰ ਲੋਕਾਂ ਦੀ ਰਿਟਾਇਰਮੈਂਟ ਹੋਣ ਲਈ ਵੀ ਜ਼ਿਆਦਾ ਮਤਲਬ ਸੋਹਣਾ ਸ਼ਹਿਰ ਉਹਨੂੰ ਗਿਣਿਆ ਜਾਂਦਾ। ਸਾਰੀਆਂ ਸਹੂਲਤਾਂ ਹੈਗੀਆਂ ਮੈਡੀਕਲ ਤੋਂ ਬਿਨਾਂ। 1 ਲੱਖ ਤੋਂ ਵੱਧ ਬੰਦਾ ਵਿਕਟੋਰੀਆ ਬੈਠਾ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਹੈ ਨਹੀਂ। ਹਾਂਜੀ। ਇਹ ਉਹ ਦੇਸ਼ ਆ, ਆਪਣੇ ਸੂਬਾ ਆ ਜਿਹਦੀ ਰਾਜਧਾਨੀ ਦੇ ਵਿੱਚ ਹੈ ਨਹੀਂ। ਹਾਂਜੀ। ਚਲੋ ਛੋਟਾ ਜਿਹਾ ਕੋਈ ਸ਼ਹਿਰ ਹੋਵੇ ਨਾ, ਵੈਂਡਰਹੂਫ ਹੋਵੇ ਜਿਹੜਾ ਪ੍ਰਿੰਸ ਜਾਰਜ ਤੋਂ ਪਰੇ, ਉਹਨਾਂ ਦੀ ਪ੍ਰੋਬਲਮ ਪੈ ਜਾਵੇ, ਫਿਰ ਬੰਦਾ ਸੋਚਦਾ ਕਿ ਇਹ ਛੋਟੇ ਜਿਹੇ ਸ਼ਹਿਰ ਦੇ ਵਿੱਚ ਸ਼ਾਇਦ ਕੋਈ ਡਾਕਟਰ ਨਾ ਆਉਣਾ ਚਾਹੁੰਦਾ, ਪਰ ਵਿਕਟੋਰੀਆ ਤਾਂ ਆਉਣਾ ਚਾਹੁੰਦੇ ਹੋਣੇ ਲੋਕ। ਹਾਂਜੀ। ਵਿਕਟੋਰੀਆ ਜਾ ਕੇ ਰਹੋ, ਇੱਥੇ ਨਾਲੋਂ ਜ਼ਿਆਦਾ ਉੱਥੇ ਸਨਸ਼ਾਈਨ ਹੁੰਦੀ ਆ, ਇੱਥੇ ਨਾਲੋਂ ਜ਼ਿਆਦਾ ਸ਼ਾਂਤੀ ਆ। ਕੈਪੀਟਲ ਸਿਟੀ ਆ, ਹਰ ਚੀਜ਼ ਮਿਲਦੀ ਆ ਉੱਥੇ। ਹਾਂਜੀ। ਤੇ ਇਹ ਗੱਲਾਂ ਤਾਂ ਹੋ ਸਕਦੀਆਂ ਜੇ ਤੁਹਾਡੇ ਤੋਂ ਕੋਈ ਟੀਮ ਲੀਡਰ ਚੰਗਾ ਆ। ਲੀਡਰਸ਼ਿਪ ਤਾਂ ਹੀ ਆ ਜੇ ਤੁਸੀਂ ਆਪਣੇ ਰਿਸੋਰਸਸ ਨੂੰ ਠੀਕ ਤਰੀਕੇ ਨਾਲ ਵਰਤ ਸਕਦੇ ਹੋ। ਹਾਂਜੀ। ਰਿਸੋਰਸਸ ਸਾਡੇ ਤੋਂ ਹੈ, ਔਰ ਅੱਗੇ ਅੱਜ ਤੋਂ 30 ਸਾਲ ਪਹਿਲਾਂ ਸਰਕਾਰ ਨੂੰ ਫਿਕਰ ਪਿਆ ਸੀ ਕਿ ਸਾਡੇ ਤੋਂ ਫੈਮਿਲੀ ਡਾਕਟਰ ਜ਼ਿਆਦੇ ਆ। ਹਾਂਜੀ। ਤੇ ਅੱਜ ਤੋਂ ਹੁਣ ਫਿਕਰ ਪਿਆ ਹੈ ਕਿ ਸਾਡੇ ਤੋਂ ਫੈਮਿਲੀ ਡਾਕਟਰ ਹੈ ਨਹੀਂ ਹੈ। ਉਹ ਇਹੀ ਸਟੱਡੀ ਕਰ ਲਓਗੇ 30 ਸਾਲਾਂ 'ਚ ਅਸੀਂ ਹੋਇਆ ਕੀ ਹੈ, ਅਸੀਂ ਕੀਤਾ ਕੀ ਹੈ, ਇਹੋ ਜਿਹਾ ਕੀ ਹੋ ਗਿਆ ਕਿ ਹੁਣ ਫੈਮਿਲੀ ਡਾਕਟਰਸ ਦੀ ਕਮੀ ਹੋ ਗਈ। ਤੁਹਾਡੇ ਮੋਹਰੇ ਹੀ ਬੈਠੇ ਆ BC ਲਿਬਰਲ, ਇਹਨਾਂ ਨੇ ਪੱਠਾ ਬਿਠਾ ਲਿਆ ਹੋਣਾ। ਉਹ ਕਿੱਦਾਂ ਪੱਠਾ ਬਿਠਾ ਲਿਆ ਉਹਨੂੰ ਸਮਝਣ ਦੀ ਲੋੜ ਆ, ਨਾ ਕਿ ਉਸੇ ਕਦਮ ਤੇ ਆਪ ਤੁਰੇ ਜਾਓ ਕਿ ਜਿਸ ਤਰ੍ਹਾਂ ਇਹ ਪੱਠਾ ਬਿਠਾ ਕੇ ਗਏ ਆ ਇਹਨਾਂ ਨੂੰ ਅਸੀਂ ਦਿਖਾ ਲਾਂਗੇ NDP ਵਾਲੇ ਵੱਧ ਪੱਠਾ ਬਿਠਾ ਸਕਦੇ। ਜੀ ਡਾਕਟਰ ਸਾਹਿਬ, ਇਹਨਾਂ ਨੂੰ ਜ਼ਰੂਰ ਐਨਾਲਿਸਿਸ ਕਰਨਾ ਚਾਹੀਦਾ, ਰਿਵਿਊ ਕਰਨਾ ਚਾਹੀਦਾ ਵੀ ਇਹੋ ਜਿਹਾ ਇਹਨਾਂ ਨੇ ਕੀ ਕੀਤਾ ਜਾਂ ਸਿਸਟਮ ਦੇ ਵਿੱਚ ਇਹੋ ਜਿਹਾ ਕੀ ਹੋਇਆ, ਕਿੱਥੇ ਕਮੀ ਹੋਈ, ਕਿ ਕਿੱਥੇ ਤਾਂ ਜ਼ਿਆਦਾ ਸੀ ਫੈਮਿਲੀ ਡਾਕਟਰਸ ਤੇ ਕਿੱਥੇ ਹੁਣ ਜਿਹੜੇ ਲੋਕ ਹੈਗੇ ਆ ਉਹ ਤੁਸੀਂ ਦੇਖ ਲਓ ਵੀ ਉਹਨਾਂ ਨੂੰ ਨਿਊਜ਼ਪੇਪਰ ਦੇ ਵਿੱਚ ਆਪਣੇ ਐਡਵਰਟਾਈਜ਼ ਕਰਨਾ ਪੈ ਰਿਹਾ ਕਿ ਉਹਨਾਂ ਨੂੰ ਡਾਕਟਰਸ ਦੀ ਜ਼ਰੂਰਤ ਹੈ। ਦੇਖੋ, ਇੱਕ ਪਹਿਲਾਂ ਸਿੰਪਲ ਸੋਲੂਸ਼ਨ ਦਿੱਤਾ ਸੀ ਕਿਸੇ ਨੇ, ਮੈਡੀਕਲ ਕਮਿਊਨਿਟੀ ਨੇ ਦਿੱਤਾ ਸੀ। ਉਹਨਾਂ ਨੇ ਕਿਹਾ ਕਿ ਜਿਹੜੀਆਂ ਅਸੀਂ ਸਿੰਪਲ ਪ੍ਰਸਕ੍ਰਿਪਸ਼ਨ ਲਿਖਦੇ ਹਾਂ, ਸੌਰੀ ਮੇਰੀ ਅਜੇ ਵੀ ਆਵਾਜ਼ ਠੀਕ ਨਹੀਂ ਹੈ, ਤੇ ਉਹਦੇ ਵਿੱਚ ਤੁਸੀਂ ਡਾਕਟਰ ਦਾ ਹੋਣਾ ਜ਼ਰੂਰੀ ਨਹੀਂ ਹੈ, ਕਿਉਂਕਿ ਜਿਹੜਾ ਫਾਰਮਾਸਿਸਟ ਆ ਉਹਨੇ ਵੀ ਤਾਂ ਫਾਰਮੇਸੀ ਦੀ ਸਟੱਡੀ ਕੀਤੀ ਹੈ ਨਾ ਜੀ। ਅੱਛਾ, ਜਿਹੜੇ ਫਾਰਮਾਸਿਊਟੀਕਲ ਇੰਡਸਟਰੀ ਦੇ ਬੰਦੇ ਇਹਨਾਂ ਨੂੰ ਡਾਕਟਰਾਂ ਨੂੰ ਆਉਂਦੇ ਆ ਸੈਂਪਲ ਦੇਣ, ਉਹੀ ਫਾਰਮਾਸਿਊਟੀਕਲ ਇੰਡਸਟਰੀ ਦੇ ਬੰਦੇ ਫਾਰਮੇਸੀਜ਼ ਦੇ ਵਿੱਚ ਦਵਾਈਆਂ ਵੇਚਣ ਜਾਂਦੇ ਆ। ਹਾਂਜੀ। ਉਹ ਵੱਡੇ ਪੱਧਰ ਤੇ ਵੇਚਦੇ ਆ, ਉਹਨਾਂ ਦੇ ਵੱਡੇ ਸੇਲਸਮੈਨ ਆ, ਕਿਉਂਕਿ ਕਈਆਂ ਫਾਰਮੇਸੀਜ਼ ਨੂੰ ਬਹੁਤ ਗੋਲੀਆਂ ਦਿੰਦੇ ਆ। ਤੇ ਅੱਛਾ, ਉਹਨਾਂ ਨੂੰ ਫਿਰ ਫਾਰਮਾਸਿਸਟ ਨੂੰ ਪਤਾ ਹੀ ਹੋਣਾ ਚਾਹੀਦਾ, ਜੇ ਤੁਸੀਂ ਉਹਨੂੰ ਦੱਸੋ ਵੀ ਮੈਨੂੰ ਆਹ ਬਿਮਾਰੀ ਆ ਤੇ ਮੈਨੂੰ ਮੈਂ ਦਵਾਈ ਲੈਂਦਾ ਰਿਹਾ, ਤਾਂ ਉਹਨੂੰ ਉਹ ਫਿਲ ਕਰਨੀ ਕੋਈ ਔਖੀ ਗੱਲ ਨਹੀਂ। ਹਾਂਜੀ। ਕਿਉਂਕਿ ਫਿਲ ਤਾਂ ਵੈਸੇ ਵੀ ਉਹ ਕਰਦਾ ਜੋ ਡਾਕਟਰ ਲਿਖ ਕੇ ਦੇਂਦਾ। ਇਹਨਾਂ ਨੇ ਉਹ ਸਿਸਟਮ ਨਹੀਂ ਚੇਂਜ ਕੀਤਾ, ਤਾਂ ਹੀ ਤਾਂ ਪ੍ਰੋਬਲਮ ਆ ਡਾਕਟਰ ਸਾਹਿਬ, ਚੇਂਜ ਹੀ ਨਹੀਂ ਕਰਨਾ ਚਾਹੁੰਦੇ ਕੁਝ। ਬਹੁਤ ਸੌਖੀ, ਮਤਲਬ ਇਹਦੇ ਵਿੱਚ ਦਿਮਾਗ ਲਾਉਣ ਦੀ ਲੋੜ ਹੈ ਨਾ, ਕੁਝ ਕਰਨ ਦੀ ਲੋੜ ਹੈ। ਫੇਰ AD ਇੰਡੈਕਸ ਲੋਕਾਂ ਦੇ ਜਾ ਕੇ ਪ੍ਰਸ਼ਾਦੇ ਕਿੱਥੋਂ ਛਕੂਗਾ। ਇਹਨਾਂ ਨੂੰ ਤਾਂ ਹੁੰਦਾ ਵੀ ਮੈਂ ਮੰਤਰੀ ਬਣ ਗਿਆ, ਹੁਣ ਮੇਰੀ ਤਨਖਾਹ, ਮੇਰੇ ਤੋਂ BA ਦੀ ਡਿਗਰੀ ਹੈ, ਮੈਨੂੰ ਕਿਸੇ ਨੇ ਕਲਰਕ ਨਹੀਂ ਸੀ ਰੱਖਣਾ, ਤੇ ਹੁਣ ਮੈਂ ਮੰਤਰੀ ਬਣ ਕੇ ਬੈਠਾ, ਮੇਰੀ ਤਨਖਾਹ ਮੋਟੀ ਆ ਰਹੀ ਹੈ। ਬਹੁਤਾ ਚਿਰ ਨਹੀਂ ਚੱਲਣੀ, ਪਰ ਫੇਰ ਵੀ ਚੱਲਦੀ ਤਾਂ ਹੈ ਨਾ, ਫਿਰ ਪੈਨਸ਼ਨ ਆ ਜਾਣੀ ਹੈ। ਜੇ ਤੁਹਾਡਾ ਦਿਮਾਗ ਇੱਥੇ ਤਾਂ ਹੀ ਸੀਮਤ ਹੈ, ਫਿਰ ਤੁਸੀਂ ਲੀਡਰਸ਼ਿਪ ਤੁਸੀਂ ਕਿਸੇ ਨੂੰ ਨਹੀਂ ਦੇ ਸਕਦੇ। ਜੇ ਕੋਈ ਸੋਲੂਸ਼ਨ ਕਿਸੇ ਨੇ ਦਿੱਤਾ, ਉਹ ਤੇ ਸੋਚ ਵਿਚਾਰ ਕਰ ਲਓ ਕਿ ਠੀਕ ਹੈ, ਫਾਰਮਾਸਿਸਟ ਜਿਹੜਾ ਆ ਉਹ ਕਿਸੇ ਦੀ ਪ੍ਰਿਸਕ੍ਰਿਪਸ਼ਨ ਫਿਲ ਕਰ ਸਕਦਾ। ਤੁਸੀਂ ਹਸਪਤਾਲਾਂ ਜਾਂਦੇ ਆ, ਡਾਕਟਰ ਨਹੀਂ ਜਾ ਕੇ ਉੱਥੇ ਕੁਝ ਵੀ ਕਰਦੇ, ਡਾਕਟਰ ਦੇਖ ਕੇ ਕਹਿੰਦੇ ਕਿ ਇਹਨੂੰ ਆਹ ਗੋਲੀ ਦੇ ਦਿਓ, ਆਹ ਗੋਲੀ ਦੇ ਦਿਓ। ਅੱਛਾ, ਉਹ ਬਾਅਦ ਵਿੱਚ ਨਰਸਾਂ ਹੀ ਦਿੰਦੀਆਂ। ਹਾਂਜੀ। ਨਰਸਾਂ ਤਾਂ ਉੱਥੇ ਫਾਰਮਾਸਿਸਟ ਰੱਖਿਆ ਹੁੰਦਾ ਬੰਦਾ, ਨਰਸਾਂ ਵੀ ਜਾ ਕੇ ਦੱਸਦੀਆਂ ਕਿ ਡਾਕਟਰ ਨੇ ਇਹਨੂੰ ਆਹ ਗੋਲੀ ਕਹੀ ਹੈ, ਆਹ ਦਵਾਈ ਕਹੀ ਹੈ, ਇਸ ਵੇਲੇ ਲੈਣੀ, ਤੇ ਉਹ ਫਿਲ ਕਰ ਦਿੰਦੇ। ਤੇ ਜੇ ਉਹ ਹਸਪਤਾਲਾਂ 'ਚ ਕਰ ਸਕਦੇ ਆ ਤੇ ਫਿਰ ਪ੍ਰਾਈਵੇਟਲੀ ਵੀ ਕਰ ਸਕਦੇ। ਜੀ ਬਿਲਕੁਲ, ਬਾਹਰ ਵੀ ਤਾਂ ਕਰ ਸਕਦੇ। ਉਹੀ ਬੰਦੇ ਆ ਉੱਥੇ ਕਰਦੇ ਆ, ਉਹੀ ਬੰਦੇ ਇੱਥੇ ਕਰਨੇ, ਸੋਲੂਸ਼ਨ ਹੀ ਲੱਭਣਾ। ਅੱਛਾ, ਫੇਰ ਪਿੱਛੇ ਜਾਏ, ਇੱਕ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਬੰਦੇ ਨੇ
ਡਿਬੇਟ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਉਹਦੀ ਗੱਲ ਨਹੀਂ ਸੁਣੀ। ਉਹਨੇ ਗੱਲ ਕੀਤੀ ਸੀ ਕਿ ਸਾਨੂੰ ਡੱਚ ਮਾਡਲ ਅਪਣਾਉਣਾ ਚਾਹੀਦਾ। ਹਾਂਜੀ। ਉਹ ਕਹਿੰਦਾ ਕਿ ਉਹਨਾਂ ਦਾ ਕਾਫੀ ਸਕਸੈਸਫੁਲ, ਕਾਫੀ ਕਾਮਯਾਬ ਮਾਡਲ ਹੈ। ਕਿਸੇ ਨੇ ਉਹਦੀ ਗੱਲ ਨਹੀਂ ਸੁਣੀ। ਇੱਕ ਦਿਨ ਅਖਬਾਰਾਂ ਵਾਲਿਆਂ ਨੇ ਤਾਂ ਮਾੜੀ ਜਿਹੀ ਖਬਰ ਲਾਤੀ ਉਹਦੀ, ਤਾਂ ਉਸ ਤੋਂ ਬਾਅਦ ਕੋਈ ਡਿਬੇਟ ਨਹੀਂ ਹੋਇਆ ਉੱਥੇ। ਜਿਹੜੇ ਡਿਬੇਟ ਕਰਨ ਵਾਲੇ ਆ, ਕਰਾਉਣ ਵਾਲੇ ਆ, ਜਿਹੜੀ ਡਿਸਕਸ਼ਨ ਹੋਣੀ ਚਾਹੀਦੀ ਆ, ਇਹ ਤਾਂ ਜਾ ਕੇ ਸੁੱਤੇ ਰਹਿੰਦੇ ਉੱਥੇ। ਇਹਨਾਂ ਨੂੰ ਪਤਾ ਹੀ ਨਹੀਂ ਹੈ, ਅੱਧਿਆਂ ਨੂੰ ਤਾਂ ਅੰਗਰੇਜ਼ੀ ਨਹੀਂ ਆਉਂਦੀ ਉੱਥੇ ਬੈਠਿਆਂ ਨੂੰ, ਇਹਨਾਂ ਨੇ ਬੋਲਣਾ ਕੀ ਹੈ। ਲੋਕਾਂ ਨੇ ਆਪਣੀ ਆਵਾਜ਼ ਬਣਾ ਕੇ ਭੇਜਿਆ ਇਹਨਾਂ ਨੂੰ, ਤੇ ਉੱਥੇ ਜਾ ਕੇ ਇਹਨਾਂ ਦੀ ਆਵਾਜ਼ ਨਿਕਲ ਗਈ। ਆਵਾਜ਼ ਬੋਲਣੀ ਹੈ ਤਾਂ ਇਹ ਫਗਵਾੜੇ ਬੋਲ ਸਕਦੇ ਜਾਂ ਬਠਿੰਡੇ ਬੋਲ ਸਕਦੇ ਜਾ ਕੇ। ਪਤਾ ਤਾਂ ਲੱਗੇ ਵੀ ਇੱਕ ਜ਼ੁਬਾਨ ਚਾਹੀਦੀ ਹੈ, ਕੋਈ ਕਮਾਂਡ ਚਾਹੀਦੀ। ਜਿਹੜੇ ਇਲੈਕਟਡ ਅਫੀਸ਼ੀਅਲਸ ਆ ਨਾ, ਇੱਕ ਵਾਰੀ ਫੇਰ ਇਹ ਸਮਝ ਲੈਣ ਕਿ ਦੋ ਕੰਮ ਹੁੰਦੇ ਇਹਨਾਂ ਦੇ, ਸਿਰਫ ਦੋ ਕੰਮ। ਇੱਕ ਹੈਗਾ ਕਿ ਨੈਸ਼ਨਲ ਇਸ਼ੂਜ਼ ਜਾਂ ਜੇ ਪ੍ਰੋਵਿੰਸ਼ੀਅਲ ਇਸ਼ੂਜ਼ ਆ, ਉਹਨਾਂ ਤੇ ਡਿਬੇਟ ਕਰਨੀ ਹੈ, ਉਹਨਾਂ ਤੇ ਵਿਚਾਰ ਵਟਾਂਦਰਾ ਕਰਨਾ। ਹਾਂਜੀ। ਦੂਸਰਾ ਕੰਮ ਇਹਨਾਂ ਦਾ ਮੇਨ ਹੈਗਾ ਆ ਲਾਅ ਮੇਕਿੰਗ, ਕਾਨੂੰਨ ਦੇ ਘਾੜੇ ਆ। ਜਿਹੜਾ ਵੀ ਕਾਨੂੰਨ ਬਣਨਾ ਉਹ ਤੇ ਬਣਨਾ, ਉਹ ਤੇ ਵੀ ਡਿਬੇਟ ਹੋਣੀ ਹੈ। ਬਾਕੀ ਦੇ ਜਿਹੜੇ ਆ ਜਾਣਦੇ ਹੁੰਦੇ ਆ ਬਈ ਸੰਗਰਾਂਦ ਵਾਲੇ ਕਿਸੇ ਦੇ ਜਾਂਦਾ, ਪੁੰਨੇ ਵਾਲੇ ਕਿਸੇ ਦੇ ਜਾਂਦਾ, ਮੰਦਿਰ ਚ ਇਹਦੇ ਮੱਥਾ ਟੇਕਿਆ ਜਾਂਦਾ, ਕਿਸੇ ਦੇ ਕੁੱਤੇ ਮਰੇ ਤੇ ਅਫਸੋਸ ਕਰਿਆ ਜਾਂਦਾ। ਇਹ ਹੈਗੀਆਂ ਵੋਟਾਂ ਲੈਣੀਆਂ। ਹਾਂਜੀ। ਵੋਟਾਂ ਲੈਣ ਦਾ ਕੰਮ ਰੱਖੋ, ਤੁਹਾਨੂੰ ਜ਼ਰੂਰਤ ਪੈਣੀ ਹੈ, ਸ਼ਾਇਦ ਵੀਕਐਂਡ ਤੇ ਰੱਖ ਲਓ ਜਾਂ ਇਸ ਤਰੀਕੇ ਨਾਲ ਮੈਨੇਜ ਕਰੋ। ਜੇ ਤੁਸੀਂ ਚੰਗੇ ਤਰੀਕੇ ਨਾਲ ਆਪਣੇ ਆਪ ਨੂੰ ਐਜ਼ ਐਨ MLA ਜਾਂ ਐਜ਼ ਐਨ MP ਪੇਸ਼ ਕਰਦੇ ਆ, ਲੋਕਾਂ ਨੂੰ ਪਤਾ ਲੱਗ ਜਾਂਦਾ। ਲੋਕੀ ਸੁਣ ਲੈਂਦੇ ਕਿ ਆਹ ਬੰਦਾ ਗੜਕਦਾ ਉੱਥੇ ਹਾਊਸ ਆਫ ਕਾਮਨਸ ਦੇ ਵਿੱਚ। ਤਾਂ ਜੇ ਤੁਹਾਨੂੰ ਲੋਕਾਂ ਨੂੰ ਇਹੀ ਨਾ ਪਤਾ ਹੋਵੇ ਵੀ ਹਾਊਸ ਆਫ ਕਾਮਨਸ 'ਚ ਬੈਠਦਾ ਵੀ ਹੈ ਕਿ ਨਹੀਂ, ਉਹਨੂੰ ਤਾਂ ਫਿਰ ਭੋਗ ਹੀ ਅਟੈਂਡ ਕਰਨੇ ਪੈਣੇ ਜੀ। ਤੇ ਭੋਗ ਅਟੈਂਡ ਕਰਨ ਵਾਲੇ ਜਿਹੜੇ ਲੋਕੀ ਹੈ ਨਾ, ਖੁਸ਼ੀ ਦੇ ਨਾਲ ਫੋਟੋ ਖਿਚਾ ਕੇ ਬੜੀ ਖੁਸ਼ ਹੁੰਦੇ ਆ, ਉਹਨਾਂ ਲਈ ਹੈਲਥ ਕੇਅਰ ਸਿਸਟਮ ਮਾੜਾ ਆ। ਉਹ ਫਿਰ ਭੋਗਦੇ ਵੀ ਆ ਨਾ। ਇਹ ਤੁਸੀਂ ਏਦਾਂ ਨਾ ਸੋਚਿਆ ਕਰੋ ਵੀ ਇਹ ਸ਼ਾਇਦ ਮੇਰੇ ਤੇ ਨਹੀਂ ਪੈਣੀ। ਹਰ ਇੱਕ ਬੰਦੇ ਨੂੰ ਲੋੜ ਪੈਂਦੀ ਹੈ ਹੈਲਥ ਕੇਅਰ ਸਿਸਟਮ ਦੀ। ਜੀ ਡਾਕਟਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ ਕਿ ਹੈਲਥ ਕੇਅਰ ਸਿਸਟਮ ਦੀ ਤਾਂ ਹਰ ਇੱਕ ਨੂੰ ਲੋੜ ਪੈਣੀ ਹੋਈ ਆ। ਹੁਣ ਜਿਹੜੇ ਲੋਕੀ ਸਿਰਫ ਇਹੀ ਦੇਖਦੇ ਆ ਕਿ ਕੋਈ ਕਿਸੇ ਦੇ ਫੰਕਸ਼ਨ ਨੂੰ ਅਟੈਂਡ ਕਰਦਾ, ਇਹ ਦੇਖ ਕੇ ਵੋਟ ਪਾਉਂਦੇ, ਲੋਕਾਂ ਦੀ ਵੀ ਗਲਤੀ ਆ। ਉਹ ਫਿਰ ਸਾਹਮਣੇ ਆ ਜਾਣੀ ਤੁਹਾਡੇ ਮੂਹਰੇ। ਜਦੋਂ ਤੁਸੀਂ ਹਸਪਤਾਲ ਜਾਣਾ, ਡਾਕਟਰ ਦੇ ਜਾਣਾ, ਜੇ ਤੁਹਾਡੀ ਸਰਜਰੀ ਕਰਾਉਣ ਵਾਲੀ ਹੈ ਤਾਂ ਫਿਰ ਉਦੋਂ ਫਿਰ ਜਾ ਕੇ ਟੱਪਦੇ ਆ। ਉਦੋਂ ਫਿਰ ਰੌਲਾ ਪਾਉਂਦੇ ਆ ਕਿ ਇੱਥੇ ਤਾਂ ਜੀ ਕੁਝ ਹੋ ਨਹੀਂ ਰਿਹਾ ਹੈਗਾ, ਅਸੀਂ ਹਸਪੀਟਲ ਗਏ ਆ, ਸਾਨੂੰ ਵੇਟ ਕਰਨੀ ਪਈ ਆ, ਸਾਨੂੰ ਅਟੈਂਡ ਨਹੀਂ ਕੀਤਾ ਗਿਆ। ਉਸ ਵੇਲੇ ਹੀ ਕਰਦੇ ਆ ਨਾ, ਜਦੋਂ ਆਪਣੇ ਤੇ ਪੈਂਦੀ ਆ। ਜਿੱਦਾਂ ਨਾਥੀ ਜਰਮਨੀ ਦੇ ਵਿੱਚ ਇੱਕ ਬੰਦੇ ਨੇ ਲਿਖਿਆ ਸੀ, ਉਹ ਕਹਿੰਦਾ ਵੀ ਨਾਥੀ ਸਭ ਤੋਂ ਪਹਿਲਾਂ ਕਮਿਊਨਿਸਟਾਂ ਨੂੰ ਮਾਰਨ ਆਏ। ਕਹਿੰਦਾ ਮੈਂ ਕਮਿਊਨਿਸਟ ਨਹੀਂ ਸੀ, ਮੈਂ ਆਬਜੈਕਸ਼ਨ ਨਹੀਂ ਕੀਤਾ ਕੋਈ। ਮੈਂ ਕਿਹਾ ਕੋਈ ਗੱਲ ਨਹੀਂ। ਕਹਿੰਦਾ ਫਿਰ ਉਹ ਟ੍ਰੇਡ ਯੂਨੀਅਨ ਦੇ ਬੰਦਿਆਂ ਨੂੰ ਮਾਰਨ ਆਏ। ਕਹਿੰਦਾ ਮੈਂ ਟ੍ਰੇਡ ਯੂਨੀਅਨਿਸਟ ਨਹੀਂ ਸੀ, ਮੈਂ ਕੋਈ ਆਬਜੈਕਸ਼ਨ ਨਹੀਂ ਕੀਤਾ, ਮੈਨੂੰ ਕੋਈ ਇਤਰਾਜ਼ ਨਹੀਂ ਸੀ। ਕਹਿੰਦਾ ਉਸ ਤੋਂ ਬਾਅਦ ਫਿਰ ਸੋਸ਼ਲ ਡੈਮੋਕ੍ਰੈਟਸ ਨੂੰ ਮਾਰਨ ਆਏ। ਫਿਰ ਕਹਿੰਦਾ ਉਸ ਤੋਂ ਬਾਅਦ ਯਹੂਦੀਆਂ ਨੂੰ ਮਾਰਨ ਆਏ। ਕਹਿੰਦਾ ਮੈਂ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਮੈਂ ਯਹੂਦੀ ਨਹੀਂ ਸੀ। ਫਿਰ ਕਹਿੰਦਾ ਇੱਕ ਦਿਨ ਨਾਜ਼ੀ ਮੇਰੇ ਘਰ ਦੇ ਸਾਹਮਣੇ ਖੜੇ ਸੀ। ਤੇ ਇਹ ਹਰ ਇੱਕ ਪਾਲਿਸੀ ਜਿਹੜੀ ਆ, ਚਾਹੇ ਤੁਸੀਂ ਐਜੂਕੇਸ਼ਨ ਕਿਸੇ ਵੀ ਖੇਤਰ ਦੇ ਵਿੱਚ, ਜਦੋਂ ਤੁਹਾਡੇ ਨਾਲ ਬੀਤਦੀ ਹੈ ਨਾ ਪਰਸਨਲੀ, ਫਿਰ ਉਹ ਨਾਜ਼ੀ ਤੁਹਾਡੇ ਮੋਹਰੇ ਖੜੇ ਹੁੰਦੇ ਆ। ਹਾਂਜੀ। ਤੇ ਫਿਰ ਚੇਤਾ ਆਉਂਦਾ ਵੀ ਮੈਂ ਕੀ ਗਲਤੀ ਕਰ ਬੈਠਾ। ਪਰ ਉਦੋਂ ਤੱਕ ਟੂ ਲੇਟ ਹੋ ਚੁੱਕਿਆ ਹੁੰਦਾ। ਉਦੋਂ ਤਾਂ ਟੂ ਲੇਟ ਆ ਕਿ ਕਮ ਸੇ ਕਮ ਜਦੋਂ ਤੁਸੀਂ ਵੋਟ ਜੇ ਪਾਉਣੀ ਪਹਿਲਾਂ ਵੋਟ ਪਾਉਣੀ ਤਾਂ ਸਿੱਖੋ ਨਾ। ਇਸ ਗੱਲ ਕਰਕੇ ਵੋਟ ਪਾ ਦੇਣੀ, ਇਹਨੇ ਮੈਨੂੰ ਹੱਥ ਮਿਲਾਇਆ ਸੀ, ਇਸ ਕਰਕੇ ਇਹ ਸਾਡੇ ਖੰਡ ਪਾਠ ਤੇ ਆਇਆ ਸੀ, ਇਹ ਸਾਡੇ ਭੋਗ ਤੇ ਗਿਆ। ਭਾਈ ਭਤੀਜਾਵਾਦ ਵੀ ਹੁੰਦਾ ਡਾਕਟਰ ਸਾਹਿਬ। ਭਾਈ ਭਤੀਜਾਵਾਦ ਵੀ ਹੁੰਦਾ ਹੈ। ਇਹ ਜੀ ਸਾਡੇ ਇਲਾਕੇ ਦਾ ਬੰਦਾ ਆ, ਰਿਸ਼ਤੇਦਾਰੀਆਂ। ਇਹਦੀ ਮਾਸੀ ਸਾਨੂੰ ਜਾਣਦੀ ਹੈ। ਹਾਂਜੀ। ਇਹਦੀ ਭੂਆ ਸਾਡੀ ਰਿਸ਼ਤੇਦਾਰ ਆ। ਹਾਂਜੀ। ਉਹਦਾ ਕਰਕੇ ਵੀ ਵੋਟਾਂ ਪਾਉਂਦੇ ਲੋਕ ਜੀ। ਤੇ ਉਹ ਭੂਆ ਫਿਰ ਆਉਂਦੀ ਨਹੀਂ ਜਦੋਂ ਐਮਰਜੈਂਸੀ ਜਾਣਾ ਤੁਸੀਂ। ਹਾਂਜੀ। ਨਾ ਉਹ ਮਾਸੀ ਆਉਂਦੀ ਹੈ ਵੀ ਦੇਖਿਓ ਵੀ ਇਹਦੀ ਸਰਜਰੀ ਕਰਾ ਦੇ। ਉਸ ਵੇਲੇ ਤਾਂ ਹੈਲਥ ਕੇਅਰ ਸਿਸਟਮ ਨੇ ਹੀ ਕੰਮ ਕਰਨਾ ਨਾ। ਜਿਹੜੇ ਬੰਦੇ ਭੇਜੇ ਆ ਉੱਥੇ, ਜੇ ਉਹ ਡਿਬੇਟ ਹੀ ਨਹੀਂ ਕਰ ਸਕਦੇ
ਕਿ ਜੇ ਕੋਈ ਵਧੀਆ ਮਾਡਲ ਮਿਲਦਾ ਤੁਹਾਨੂੰ ਕਿਤੇ ਹੋਰ ਦੁਨੀਆ, ਇਹ ਅਸੀਂ ਸਿੱਖਦੇ ਤਾਂ ਹੀ ਆ ਵੀ ਤੁਲਨਾ ਕਰਦੇ ਹਾਂ ਜੀ, ਕੰਪੈਰੀਜ਼ਨ। ਡੀ ਟੌਕਵੈਲ ਕਹਿੰਦਾ ਹੁੰਦਾ ਸੀ, ਇੱਕ ਫਿਲਾਸਫਰ ਸੀ US ਦਾ, ਉਹ ਕਹਿੰਦਾ ਸਾਡਾ ਦਿਮਾਗ ਹੀ ਨਹੀਂ ਕੰਮ ਕਰਦਾ ਜੀ ਅਸੀਂ ਤੁਲਨਾ ਨਾ ਕਰੀਏ। ਸਾਨੂੰ ਤਾਂ ਪਤਾ ਲੱਗਦਾ ਵੀ ਕਾਲਾ ਆ ਉਹ ਕਿਉਂਕਿ ਚਿੱਟਾ ਵੀ ਆ, ਸਾਨੂੰ ਤਾਂ ਪਤਾ ਲੱਗਦਾ ਵੀ ਛੋਟਾ ਆ ਕਿਉਂਕਿ ਲੰਬਾ ਵੀ ਆ ਕੋਈ, ਹਾਂਜੀ, ਭਾਰਾ ਆ ਤੇ ਪਤਲਾ ਵੀ ਆ ਕੋਈ, ਜੀ, ਤਾਂ ਹੀ ਪਤਾ ਕਰਦਾ ਅਸੀਂ ਤੁਲਨਾ ਕਰਦੇ ਹਾਂ। ਹਾਂਜੀ, ਤੁਲਨਾ ਕਰੇ ਤੇ ਪਤਾ ਲੱਗਣਾ ਕਿ BC ਦਾ ਸਿਸਟਮ ਇਹਦੇ ਵਿੱਚ ਕੀ ਗਲਤੀਆਂ ਆ ਗਈਆਂ। ਡਾਕਟਰ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਡਿਬੇਟ ਨਹੀਂ ਕਰਦੇ, ਹੋਣੀ ਚਾਹੀਦੀ ਹੈ ਡਿਬੇਟ। ਤਾਂ ਕਰਨ ਜੇ ਕਿਤੇ ਗੱਲ ਕਰਨੇ ਤਾਂ ਗੱਲ ਵੀ ਨਹੀਂ ਕਰਦੇ, ਡਿਬੇਟ ਤਾਂ ਬਹੁਤ ਦੂਰ ਦੀ ਗੱਲ ਆ। ਅੱਧਿਆਂ ਥੋੜ੍ਹੇ ਜਿਹਾ ਬੰਦਿਆਂ ਦੀ, ਸਾਡੇ ਹੀ ਨਹੀਂ ਚਾਈਨੀਜ਼ ਕਮਿਊਨਿਟੀ ਦੇ ਵਿੱਚ ਵੀ ਇਹ ਪ੍ਰੋਬਲਮ ਹੈ ਕਿ ਇਹਨਾਂ ਨੂੰ ਤਾਂ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ। ਇਹ ਜੇ ਤੁਸੀਂ ਅੰਗਰੇਜ਼ੀ ਨਹੀਂ ਆਉਂਦੀ ਤਾਂ ਤੁਸੀਂ ਕਿੱਦਾਂ ਬੋਲੋਗੇ ਉੱਥੇ? ਅੰਗਰੇਜ਼ੀ ਇਹ ਨਹੀਂ ਵੀ ਥੋੜ੍ਹੇ ਜਿਹੇ ਇੱਦਾਂ ਮੂੰਹ ਜਿਹਾ ਵੱਟ ਕੇ, ਮੈਂ ਕਈ ਬੰਦੇ ਦੇਖਿਆ ਉਹ ਮੂੰਹ ਬਿੰਗਾ ਜਿਹਾ ਕਰਕੇ ਬੋਲਣਗੇ ਵੀ ਸ਼ਾਇਦ ਅੰਗਰੇਜ਼ੀ ਸਹੀ ਹੋ ਜਾਵੇ। ਇਹ ਇੱਕ ਲੈਂਗੁਏਜ ਆ, ਇੱਕ ਭਾਸ਼ਾ ਆ, ਇਹਨੂੰ ਮਾਸਟਰ ਕਰਨਾ ਬੜਾ ਔਖਾ ਹੈ। ਹਾਂਜੀ, ਅਸੀਂ ਪੰਜਾਬੀ ਬੋਲੀ ਜਾਂਦੇ ਆ, ਅਸੀਂ ਪੰਜਾਬੀ ਸ਼ੁਰੂ ਤੋਂ ਸਿੱਖੀ ਆ। ਹਾਂਜੀ, ਤੇ ਅੰਗਰੇਜ਼ੀ ਵੀ ਸਿੱਖੀ ਜਾ ਸਕਦੀ ਆ ਇੰਪੋਸੀਬਲ ਨਹੀਂ ਜੇ ਸਮਾਂ ਲਾਇਆ ਜਾਵੇ। ਜੇ ਕੁਝ ਕਰਨਾ ਚਾਹੇ ਕੋਈ ਵੀ ਬੰਦਾ ਤਾਂ ਡਾਕਟਰ ਸਾਹਿਬ ਕਰ ਸਕਦਾ, ਇੰਨਾ ਔਖਾ ਕੰਮ ਨਹੀਂ, ਅਸੰਭਵ ਤਾਂ ਹੈ ਨਹੀਂ। ਨਹੀਂ, ਅਸੰਭਵ ਤਾਂ ਨਹੀਂ, ਕੋਈ ਲੈਂਗੁਏਜ ਆ, ਕੋਈ ਵੱਡੀ ਗੱਲ ਨਹੀਂ ਹੈ ਜੀ। ਹਾਂ, ਤੁਸੀਂ ਜਿਹੜੀ ਅਸੀਂ ਕਹਿੰਦੇ ਕਿ ਫਲਾਣਾ ਸ਼ਬਦ ਕਿੱਦਾਂ ਬੋਲਣਾ, ਫਲਾਣਾ ਸ਼ਬਦ ਕਿੱਦਾਂ ਬੋਲਣਾ, ਉਹ ਤੇ ਬਹੁਤਾ ਐਮਫੈਸਿਸ ਕਰਨ ਦੀ ਲੋੜ ਨਹੀਂ ਹੈ। ਇਹ ਅੰਗਰੇਜ਼ੀ ਸਿੱਖੀ ਜਾਂਦੀ। ਡਿਬੇਟ ਬਾਰੇ ਵੀ ਪਤਾ ਹੋਣਾ ਚਾਹੀਦਾ ਨਾ ਜੀ। ਤੁਸੀਂ ਸਟੱਡੀ ਕਰੋਗੇ, ਕੋਈ ਅਸੀਂ ਕਹਿੰਦੇ ਕਿ ਤੁਲਨਾ ਕਰੋ ਕਿ ਡੱਚ ਮਾਡਲ ਆ, ਫਲਾਣਾ ਮਾਡਲ ਆ, ਫਲਾਣਾ, ਕੋਈ ਸਟੱਡੀ ਕਰੂਗਾ ਤਾਂ ਹੀ ਜਾ ਕੇ ਡਿਬੇਟ ਕਰੂਗਾ। ਡਿਬੇਟ ਕਰਨਾ ਕਰਨੀ ਹੈ ਜੀ, ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ। ਕੱਲੀ ਅੰਗਰੇਜ਼ੀ ਬੋਲਣਾ ਤਾਂ ਹੋਣੀ ਨਹੀਂ। ਅੰਗਰੇਜ਼ੀ ਤਾਂ ਕੁੱਤੇ ਵੀ ਜਾਣਦੇ ਇੱਥੇ। ਕੁੱਤਿਆਂ ਨੂੰ ਤਾਂ ਪੰਜਾਬੀ ਚ ਕਹਿੰਦੇ ਨਾ, ਇੱਥੋਂ ਨੱਠ ਜਾ, ਪਰੇ ਹੋ ਜਾ, ਹਲਾ। ਅਸੀਂ ਇੰਡੀਆ ਚ ਪੰਜਾਬੀ ਕਹਿੰਦੇ ਕੁੱਤੇ ਨੂੰ, ਤਾਂ ਉਹ ਬੜਾ ਸਮਝਦਾ। ਇੱਥੇ ਵਾਲੇ ਕੁੱਤੇ ਇਹ ਵੀ ਨਹੀਂ ਸਮਝਦੇ। ਹਾਂਜੀ, ਉਹਦੇ ਪਿੱਛੇ ਵੀ ਕੋਈ ਨੌਲੇਜ ਹੋਵੇ ਬੰਦੇ ਨੂੰ, ਜਾਂ ਉਹ ਨੌਲੇਜ ਹਾਸਲ ਕਰਨ ਜੋਗਾ ਹੋਵੇ ਜਿਹੜਾ ਖੜਾ ਹੋ ਕੇ ਉੱਥੇ ਬੋਲੇ, ਤੇ ਫਿਰ ਇੱਕ ਦਿਆਨਤਦਾਰੀ ਵੀ ਹੁੰਦੀ ਹੈ। ਸਿਰਫ ਤਾਂ ਸਿਰਫ ਜਿਹੜੀ ਸਰਕਾਰ ਸਾਡੀ ਹੁਣ ਚੱਲਣ ਲੱਗ ਪਈ ਆ PR ਤੇ, ਜੇ ਹੈਲਥ ਕ੍ਰਾਈਸਿਸ ਜਿਹੜੇ ਵੇਲੇ ਵੀ ਆਇਆ, BC ਚ ਆਇਆ, ਅਲਬਰਟਾ ਚ ਆਇਆ, ਕਿਤੇ ਹੋਰ ਆਇਆ, ਇਹਨਾਂ ਨੇ ਐਕਸਪਰਟਸ ਨੂੰ ਮੋਹਰੇ ਨਹੀਂ ਕੀਤਾ, ਨਾ ਉਹ ਗੱਲ ਕਰਦੇ ਆ ਆਪ। ਇਹਨਾਂ ਦੇ ਪਬਲਿਕ ਰਿਲੇਸ਼ਨਸ ਆਫੀਸਰਸ ਮੋਹਰੇ ਹੁੰਦੇ ਕਿ ਉਹਨੂੰ ਹੁਣ ਮੀਡੀਆ ਦੇ ਵਿੱਚ ਕਿੱਦਾਂ ਡਿਫੈਂਡ ਕੀਤਾ ਜਾਵੇ। ਜਿੱਦਾਂ ਐਮਰਜੈਂਸੀ ਪਿੱਛੇ ਜਿਹਾ ਛੋਟਾ ਜਿਹਾ ਇੱਕ ਸ਼ਹਿਰ ਹੈ, ਐਮਰਜੈਂਸੀ ਹਸਪਤਾਲ ਬੰਦ ਕੀਤਾ, ਲੜਕੀ ਦੀ ਇੱਕ ਦੀ ਮੌਤ ਹੋ ਗਈ। ਹਾਂਜੀ ਡਾਕਟਰ ਸਾਹਿਬ, 2 ਜਗ੍ਹਾ ਤੇ ਕੀਤਾ ਸੀ ਇਹਨਾਂ ਨੇ, ਸਾਰੀਆਂ ਜਗ੍ਹਾ ਤੇ ਬੰਦ ਕਰਦੇ ਆ ਵੀਕਐਂਡ ਦੇ ਉੱਪਰ। ਹਾਂਜੀ, ਤੇ ਉਸ ਵੇਲੇ ਕਿਸੇ ਦੀ ਮੌਤ ਹੋ ਜਾਵੇ, ਇਹ ਨਹੀਂ ਹੈ ਕਿ ਉਹਦੇ ਨਾਲ ਡੀਲ ਕੀਤਾ ਜਾਵੇ, ਉਹ ਹਸਪਤਾਲ ਖੋਲਿਆ ਜਾਵੇ। ਸੋਲੂਸ਼ਨ ਨਹੀਂ ਸੋਚਿਆ ਇਹਨਾਂ ਨੇ। ਸੋਲੂਸ਼ਨ ਨਹੀਂ ਸੋਚਣਾ, ਸੋਲੂਸ਼ਨ ਵਾਲੇ ਬੰਦੇ ਹੈ ਨਹੀਂ ਇਹਨਾਂ ਦੇ ਕੋਲ। ਹਾਂ, PR ਵਾਲੇ ਹੈਗੇ ਆ, ਪਬਲਿਕ ਰਿਲੇਸ਼ਨ ਆਫੀਸਰ ਬੰਦੇ, ਉਹਨਾਂ ਨੂੰ ਕੱਢ ਕੇ ਲਿਆਉਂਦੇ ਵੀ ਤੁਸੀਂ ਲਿਖੋ ਇਦਾਂ, ਕਿਸੇ ਤਰੀਕੇ ਦੇ ਨਾਲ ਇਹਨੂੰ, ਇਸ ਖਬਰ ਨੂੰ ਘੁਮਾ ਕੇ ਰੱਖ ਦਿਓ। ਦੇਖੋ ਡਾਕਟਰ ਸਾਹਿਬ, ਜਦੋਂ ਇਹਨਾਂ ਨੇ ਕਲੀਅਰ ਵਾਟਰ ਦੇ ਵਿੱਚ ਐਮਰਜੈਂਸੀ ਡਿਪਾਰਟਮੈਂਟ ਬੰਦ ਕੀਤਾ, ਸੋਚਣ ਦੀ ਗੱਲ ਆ ਵੀ ਜੇ ਕੋਈ ਬੰਦਾ ਬਿਮਾਰ ਹੁੰਦਾ, ਇਹ ਤਾਂ ਨਹੀਂ ਹੁੰਦਾ ਵੀ ਵੀਕਐਂਡ ਤੇ ਲੋਕਾਂ ਨੂੰ ਬਿਮਾਰੀ ਨਹੀਂ ਹੁੰਦੀ ਹੈਗੀ, ਵੀਕਐਂਡ ਤੇ ਲੋਕ ਬਿਮਾਰ ਹੋ ਹੀ ਨਹੀਂ ਸਕਦੇ, ਵੀ ਤਾਂ ਕਰਕੇ ਇਹਨਾਂ ਨੇ ਕੀਤਾ। ਅੱਛਾ, ਜਿਹੜੇ ਛੋਟੇ ਮੋਟੇ ਕੇਸ ਹੋਣੇ ਉਹ ਤਾਂ ਉਹਨਾਂ ਬਾਰੇ ਤਾਂ ਅਸੀਂ ਸੁਣਿਆ ਨਹੀਂ ਨਾ। ਹਾਂਜੀ, ਜਿਹਨੂੰ ਹਾਰਟ ਅਟੈਕ ਹੋ ਗਿਆ, ਹਾਰਟ ਅਟੈਕ ਕਰਕੇ ਉਹ ਮਰ ਗਈ, ਤਾਂ ਉਹ ਖਬਰਾਂ ਦੇ ਵਿੱਚ ਆ ਗਿਆ। ਤਾਂ ਖਬਰਾਂ ਦੇ ਨਾਲ ਡੀਲ ਕਿੱਦਾਂ ਕਰਨਾ, ਉਹਦੇ ਬਾਰੇ ਚਿੰਤਤ ਆ ਇਹ ਹੈਲਥ ਮਿਨਿਸਟਰੀ ਵਾਲੇ। ਇਸ ਗੱਲ ਤੇ ਚਿੰਤਤ ਨਹੀਂ ਕਿ ਉਹਨੂੰ ਬੰਦ ਕਿਉਂ ਹੋਇਆ ਸੀ। ਹਾਂਜੀ, ਸੋਲੂਸ਼ਨ ਵੱਲ ਇਹਨਾਂ ਦਾ ਕੋਈ ਧਿਆਨ ਨਹੀਂ, ਪ੍ਰੋਬਲਮ ਹੋਈ ਕਿਉਂ ਸੀ ਉਹਦੇ ਵੱਲ ਕੋਈ ਧਿਆਨ ਨਹੀਂ ਹੈਗਾ। ਅੱਛਾ, ਫਿਰ ਇਹ ਦੇਖਦੇ ਰਹਿੰਦੇ ਕਿ ਚੱਲ ਆ ਖਬਰ 2-3 ਦਿਨ ਚੱਲ ਗਈ ਤਾਂ ਇਸ ਤੋਂ ਬਾਅਦ ਕੋਈ ਹੋਰ ਸ਼ੁਰੂ ਹੋ ਜਾਣੀ। ਲੋਕਾਂ ਦਾ ਧਿਆਨ ਡਾਇਵਰਟ ਕਿਵੇਂ ਕਰਨਾ, ਲੋਕਾਂ ਦਾ ਧਿਆਨ ਚੱਲ ਜਾ, ਲੋਕੀ ਵੀ ਕਿ ਅਗਲੇ ਹਫ਼ਤੇ ਇਲੈਕਸ਼ਨ ਹੋ ਜਾਵੇ, ਇਹਨਾਂ ਨੇ ਇਸ ਹਫ਼ਤੇ ਕੀ ਹੋਇਆ ਇਹਨਾਂ ਨੂੰ ਨਹੀਂ ਪਤਾ ਹੁੰਦਾ। ਹਾਂਜੀ, ਤਾਂ ਹੀ ਤੁਸੀਂ ਦੇਖੋ ਆ ਸਰੀ ਦੇ ਮੇਅਰ ਦੀਆਂ ਗੱਲਾਂ ਚੱਲਦੀਆਂ, ਇਸ ਵੇਲੇ ਕੋਈ ਨਹੀਂ ਕੁਛ ਹੋ ਰਿਹਾ, ਬਿਲਕੁਲ ਲਾਗੇ ਜੇ ਜਾ ਕੇ ਉਹਨਾਂ ਨੇ ਡਿਸਕਸ਼ਨ ਕਰਨੀ। ਵੈਸੇ ਤਾਂ 4 ਸਾਲ ਉਹ ਰਹਿੰਦਾ ਮੇਅਰ ਉੱਥੇ, ਤੇ 4 ਸਾਲ ਲੋਕਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਹਾਂਜੀ, ਹੁਣ ਲੋਕੀ ਬਾਰਬੇਕਿਊ ਤੇ ਬਿਜ਼ੀ ਹੈ।
ਉਹਨਾਂ ਨਾਲ ਗੱਲ ਵੀ ਕਰੋ ਤਾਂ ਕੋਈ ਨਹੀਂ ਸੁਣਦਾ ਤੁਹਾਡੀ। ਹਾਂਜੀ। ਸਤੰਬਰ ਤੋਂ ਮਾੜੀ ਗੱਲ ਸ਼ੁਰੂ ਕਰਨਗੇ, ਫਿਰ ਬਿਲਕੁਲ ਲਾਗੇ ਜਾ ਕੇ 2-3 ਦਿਨ ਪਹਿਲਾਂ ਫਿਰ ਜ਼ਿਆਦਾ ਸ਼ੁਰੂ ਕਰਨਗੇ, ਤੇ ਫਿਰ ਉਹਦੇ ਕਹੇ ਵੋਟ ਪਾਉਣੀ ਵੀ ਮੇਰੀ ਭੂਆ ਦੇ ਮੁੰਡੇ ਨੇ ਕੀ ਕਿਹਾ, ਮੇਰੇ ਇਲਾਕੇ ਦਾ ਬੰਦਾ ਕਿਹੜਾ ਜੀ, ਉਹਨਾਂ ਨੂੰ ਵੋਟ ਪਾਉਣੀ ਜੀ। ਡਾਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ, ਪਰ BC ਦਾ ਜਿਹੜਾ ਹੈਲਥ ਕੇਅਰ ਸਿਸਟਮ ਆ ਇਹ ਤਾਂ ਹੋ ਚੁੱਕਿਆ ਕੋਲੈਪਸ, ਤੇ ਸਰਕਾਰ ਨੂੰ ਹੁਣ ਜਾਗਣਾ ਪੈਣਾ। ਜੇ ਨਹੀਂ ਜਾਗਣਗੇ ਤਾਂ ਜਿਹੜੇ ਨਤੀਜੇ ਹੈਗੇ ਆ ਬਹੁਤ ਜ਼ਿਆਦਾ ਭਿਆਨਕ ਹੋਣਗੇ। ਡਾਕਟਰ ਸਾਹਿਬ ਰੁੱਖ ਕਰਦੇ ਆ ਜੀ ਅਗਲੀ ਖਬਰ ਵੱਲ। US ਜਸਟਿਸ ਸੈਮੂਅਲ ਅਲੀਟੋ ਨੇ ਅਬੋਰਸ਼ਨ ਦੇ ਡਿਸੀਜਨ ਤੇ ਫੋਰਨ ਕ੍ਰਿਟਿਕਸ ਵੱਲੋਂ ਜੋ ਵੀ ਟਿੱਪਣੀਆਂ ਕੀਤੀਆਂ ਗਈਆਂ ਉਹਨਾਂ ਦਾ ਮਜ਼ਾਕ ਉਡਾਇਆ ਗਿਆ। ਉਹ ਰੋਮ ਵਿੱਚ ਇੱਕ ਰਿਲੀਜੀਅਸ ਲਿਬਰਟੀ ਸਮਿਟ ਨੂੰ ਸੰਬੋਧਨ ਕਰ ਰਹੇ ਸੀ। ਅਬੋਰਸ਼ਨ ਦੇ ਮੁੱਦੇ ਤੇ ਉਹਨਾਂ ਨੇ ਕੁਝ ਕੁ ਮਿੰਟ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਟਾਇਰ ਕਰਨਾ ਸ਼ੁਰੂ ਕਰ ਦਿੱਤਾ ਫੋਰਨ ਕ੍ਰਿਟਿਕਸ ਤੇ। ਕਹਿੰਦੇ ਚਾਹੇ ਇਹ ਮੁੱਦਾ US ਦਾ ਸੀ, ਚਲੋ ਗੱਲ ਕਰਨੀ ਬਣਦੀ ਸੀ। ਤੇ ਫਿਰ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜੇ ਆਪਣੇ ਹੈਗੇ ਆ ਫਾਰਮਰ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਉਹਨਾਂ ਦਾ ਮਜ਼ਾਕ ਉਡਾਇਆ। ਉਹਨਾਂ ਨੇ ਕਿਹਾ ਕਿ ਉਹ ਜਿਹੜੇ ਜੌਨਸਨ ਨੇ ਜਿਹੜਾ ਕਮੈਂਟ ਕੀਤਾ ਸੀ ਅਬੋਰਸ਼ਨ ਦੇ ਮੁੱਦੇ ਤੇ, ਕਹਿੰਦੇ ਚਲੋ ਉਹਨਾਂ ਨੇ ਤਾਂ ਕੀਮਤ ਉਹਦੀ ਚੁਕਾ ਦਿੱਤੀ ਆ, ਬਹੁਤ ਮਜ਼ਾਕੀਆ ਅੰਦਾਜ਼ ਦੇ ਵਿੱਚ ਕਿਹਾ। ਕਹਿੰਦੇ ਜੌਨਸਨ ਨੇ ਸੁਪਰੀਮ ਕੋਰਟ ਦੇ ਅਬੋਰਸ਼ਨ ਤੇ ਲੈ ਫੈਸਲੇ ਨੂੰ ਅ ਬਿਗ ਸਟੈਪ ਬੈਕਵਰਡਸ ਕਿਹਾ ਸੀ ਅਤੇ ਖੁਦ ਉਹਨਾਂ ਨੂੰ ਸਟੈਪ ਡਾਊਨ ਕਰਨਾ ਪੈ ਗਿਆ। ਤੇ ਫਿਰ ਉਹਨਾਂ ਨੇ ਮਜ਼ਾਕ ਉਡਾਇਆ ਬ੍ਰਿਟਨ ਦੇ ਪ੍ਰਿੰਸ ਹੈਰੀ ਦਾ। ਕਹਿੰਦੇ ਮੇਰਾ ਸਭ ਤੋਂ ਜ਼ਿਆਦਾ ਦਿਲ ਨਾ ਪ੍ਰਿੰਸ ਹੈਰੀ ਨੇ ਦੁਖਾਇਆ, ਕਿਉਂਕਿ ਪ੍ਰਿੰਸ ਹੈਰੀ ਨੇ UN ਕਾਨਫਰੰਸ 'ਚ ਬੋਲਦਿਆਂ ਕਿਹਾ ਸੀ ਕਿ US ਦੇ ਵਿੱਚ ਤਾਂ ਜਿਹੜੇ ਕਨਸਟੀਟਿਊਸ਼ਨਲ ਰਾਈਟਸ ਹੈਗੇ ਆ ਇਹ ਖਤਮ ਹੋ ਗਏ ਆ, ਬੈਕਵਰਡਸ ਚਲੇ ਗਏ ਹੈਗੇ ਆ। ਉਹ ਕਹਿੰਦੇ ਮੇਰਾ ਬਹੁਤ ਇਹਦੇ ਨਾਲ ਦਿਲ ਦੁਖਿਆ। ਇਸ ਤੋਂ ਬਾਅਦ ਫਿਰ ਉਹਨਾਂ ਨੇ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਾਰੇ ਵੀ ਗੱਲਬਾਤ ਕੀਤੀ, ਉਹਨਾਂ ਦਾ ਵੀ ਮਜ਼ਾਕ ਉਡਾਇਆ ਉਹਨਾਂ ਨੇ। ਕਹਿੰਦੇ ਕਿ ਅਬੋਰਸ਼ਨ ਦੇ ਮੁੱਦੇ ਤੇ ਇਹ ਗੱਲਾਂ ਬਾਤਾਂ ਕਰਦੇ ਆ ਵੀ ਆਪਣੇ ਕੰਟਰੀ ਦੇ ਵਿੱਚ ਜਾਂ ਆਪਣੇ ਦੇਸ਼ ਦੇ ਵਿੱਚ ਕੀ ਹੋ ਰਿਹਾ ਉਹਦੇ ਬਾਰੇ ਵੀ ਥੋੜਾ ਸੋਚਣਾ ਚਾਹੀਦਾ। ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਇਹ US ਜਸਟਿਸ ਸੈਮੂਅਲ ਅਲੀਟੋ ਨੇ ਇੱਕ ਕਰਕੇ ਸਾਰਿਆਂ ਦਾ ਜਿਹੜਾ ਮਜ਼ਾਕ ਉਡਾਇਆ, ਸਰਕੈਜ਼ਮ ਉਹਨਾਂ ਤੇ ਕੀਤਾ? ਦੇਖੋ ਪ੍ਰਿੰਸ ਹੈਰੀ ਨੂੰ ਪੁੱਛਣਾ ਚਾਹੀਦਾ, ਜਿਹਨੇ ਵੀ ਸਪੀਚ ਲਿਖੀ ਹੋਵੇ, ਉਹਨਾਂ ਦੀ ਸਪੀਚ ਲਿਖੀ ਸੀ ਕਿਸ ਨੇ ਤਾਂ ਉਹ ਪੜ੍ਹਦੇ ਸੀ ਬਈ ਇਹ ਕਨਸਟੀਟਿਊਸ਼ਨਲ ਜਿਹੜੇ ਕਹਿੰਦੇ ਸੰਵਿਧਾਨ ਆ ਕਿ ਇਹਨਾਂ ਦੇ ਹੱਕ ਖਤਮ ਹੋ ਗਏ US ਦੇ ਵਿੱਚ, ਇਹਨਾਂ ਦੇ ਤਾਂ ਹੱਕ ਹੀ ਖਤਮ। ਤੁਸੀਂ ਕਹਿੰਦੇ ਆ ਤੁਹਾਡੇ ਸੰਵਿਧਾਨ ਹੀ ਹੈ ਨਹੀਂ। ਹਾਂਜੀ। ਇੰਗਲੈਂਡ ਦੀ ਆਪਣੇ ਪੀੜੇ ਥੱਲੇ ਵੀ ਸੋਟਾ ਫਿਰ ਕੇ ਦੇਖ ਲਓ। ਹਾਂਜੀ। ਤੁਸੀਂ ਕੀ ਕਰਦੇ ਰਹੇ ਆ ਤਾਂ ਕੀ ਕਰਦੇ ਆ ਹੁਣ ਤਾਈਂ। ਅੱਛਾ, ਫਿਰ ਉਹਨਾਂ ਦੀ ਜਸਟਿਸ ਸਾਹਿਬ ਨੇ ਇੱਕ ਬੜੀ ਡੰਕੇ ਚੋਟ ਮਾਰੀ ਉਹਨਾਂ ਨੇ ਵੀ ਚਲੋ ਇਹ US ਦਾ ਡਿਬੇਟ ਆ ਸਾਡਾ, ਸਾਡੇ ਕਨਸਟੀਟਿਊਸ਼ਨ ਨੂੰ ਅਸੀਂ ਕਿੱਦਾਂ ਇੰਟਰਪ੍ਰੀਟ ਕਰਦੇ ਆ ਕਿੱਦਾਂ ਨਹੀਂ ਕਰਦੇ, ਇਹ ਸਾਡਾ ਕੰਮ ਹੈ। ਹਾਂਜੀ। ਅਸੀਂ ਤਾਂ ਕਰ ਰਹੇ ਹਾਂ। ਉਹ ਕਹਿੰਦੇ ਵੀ ਇਹਦਾ ਟਰੂਡੋ ਦਾ ਕੀ ਕੰਮ ਹੈ ਇਹਦੇ ਵਿੱਚ। ਹਾਂਜੀ। ਇਹਨਾਂ ਨੇ ਅਲਾਓ ਕਰਨਾ ਜਾਂ ਨਹੀਂ ਅਲਾਓ ਕਰਨਾ ਉਹ ਤਾਂ ਇਹਨਾਂ ਤੇ ਡਿਪੈਂਡ ਕਰਦਾ ਨਾ ਜੀ। ਇਸ ਜਿਹੜੀ ਡਿਸੀਜਨ ਦਿੱਤੀ ਆ US ਦੇ ਜਸਟਿਸ ਨੇ, ਉਹਦਾ ਕੈਨੇਡਾ ਤੇ ਤਾਂ ਕੋਈ ਅਮਲ ਨਹੀਂ ਹੁੰਦਾ, ਨਾ ਇੰਗਲੈਂਡ ਤੇ ਹੁੰਦਾ। ਹਾਂਜੀ। ਤੁਸੀਂ ਆਪਣੇ ਦੇਸ਼ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਨਾਲ ਡੀਲ ਕਰੋ ਜੀ। ਤੇ ਸਾਡੇ ਦੇਖੋ ਜਿਹੜਾ ਅਬੋਰਸ਼ਨ ਦਾ ਮਸਲਾ ਆ ਵੈਸੇ ਫੈਡਰਲ ਆ, ਜੇ ਇੱਥੇ ਫੈਡਰਲੀ ਕੋਈ ਚੈਲੰਜ ਕਰੇ ਤਾਂ ਤੁਸੀਂ ਫੈਡਰਲ ਪ੍ਰਾਈਮ ਮਿਨਿਸਟਰ ਸਾਡੇ ਨੂੰ ਬੋਲਣਾ ਚਾਹੀਦਾ। ਜੇ ਉਹਨੂੰ ਚੈਲੰਜ ਵੀ ਤਾਂ ਇਹਨਾਂ ਨੇ ਆਪ ਹੀ ਕਰਨਾ, ਆਪ ਤਾਂ ਪ੍ਰਾਈਮ ਮਿਨਿਸਟਰ ਹੈ। ਹਾਂਜੀ। ਮੈਜੋਰਟੀ ਵੱਡੀ ਪਾਰਟੀ ਤਾਂ ਇਹਨਾਂ ਦੀ ਹੈ ਨਾ, ਜੇ ਬੰਦ ਕਰਨਗੇ ਤਾਂ ਇਹੀ ਕਰਨਗੇ ਜੀ, ਤਾਂ ਹੀ ਖਤਰਾ ਹੋਊ। ਤਾਂ BC ਦੇ ਵਿੱਚੋਂ ਨਾ 3 ਚੋਂ ਨਾ 13 ਚੋਂ ਇਹ ਆਤਮ ਹੱਤਿਆ ਕਰਨ ਨੂੰ ਫਿਰਦੀ ਸੀ ਇੱਥੇ ਇਹਨਾਂ ਦੀ ਮਿਨਿਸਟਰ ਜੀ। ਬਿਲਕੁਲ। ਉਹਨੂੰ ਕਹੋ ਇੱਥੇ ਇੱਕ ਛਾਲ ਮਾਰੀ, ਇੱਥੇ ਕੋਈ ਬਚਣ ਦਾ ਚਾਂਸ ਨਹੀਂ ਆ। ਇਹ ਮਤਲਬ ਕਿ ਕਿਹੜੇ ਬੰਦੇ ਆ ਜਿਹੜੇ ਇਹਨਾਂ ਨੂੰ ਐਡਵਾਈਜ਼ ਕਰਦੇ ਫਿਰਦੇ। ਬਹੁਤ ਬੰਦੇ ਆ ਜਿਨ੍ਹਾਂ ਨੇ ਆਪ ਕੁਛ ਨਹੀਂ ਕੀਤਾ ਹੁੰਦਾ। ਜਿੱਦਾਂ ਪਬਲਿਕ ਲਾਈਫ ਤੇ ਤੁਹਾਨੂੰ ਮਿਲਣਗੇ, TV ਤੇ ਮਿਲਣਗੇ, ਉਹਨਾਂ ਨੇ ਕਿਤਾਬ ਲਿਖੀ ਹੁੰਦੀ ਹੈ ਕਿ ਹੈਪੀ ਮੈਰਿਜ ਕਿੱਦਾਂ ਹੋਵੇ, ਤਾਂ ਉਹਨਾਂ ਨੂੰ ਪੁੱਛਿਆ ਜਾਵੇ ਤੁਹਾਡਾ ਵਿਆਹ ਹੋਇਆ ਕਿ ਨਹੀਂ। ਕਈਆਂ ਦਾ ਡਾਕਟਰ ਸਾਹਿਬ ਡਿਵੋਰਸ ਹੋਇਆ ਹੁੰਦਾ, ਉਹ ਸਲਾਹ ਦਿੰਦੇ ਹੁੰਦੇ ਆ। ਡਿਵੋਰਸ ਹੋਇਆ ਹੁੰਦਾ ਜਾਂ ਵਿਆਹ ਹੀ ਨਹੀਂ ਹੋਇਆ ਹੁੰਦਾ। ਹਾਂਜੀ। ਕਈਆਂ ਨੇ ਕਿਤਾਬਾਂ ਲਿਖੀਆਂ ਹੁੰਦੀਆਂ ਆਪਣੇ ਬੱਚਿਆਂ ਨੂੰ ਡਿਸਿਪਲਿਨ ਚ ਕਿੱਦਾਂ ਰੱਖਣਾ। ਹਾਂਜੀ। ਫਿਰ ਉਹਨੂੰ ਕਿਤੇ ਪੁੱਛ ਲਿਆ ਵੀ ਤੁਹਾਡੇ ਬੱਚੇ ਹੈਗੇ, ਕਹਿੰਦੇ ਨਹੀਂ ਮੇਰੇ ਤਾਂ ਹੈ ਨਹੀਂ।
ਕਹਿੰਦੇ ਜੇ ਤੁਹਾਡੇ ਹੋਣ ਤਾਂ ਪਤਾ ਲੱਗੇ ਵੀ ਡਿਸਪਲਿਨ ਹੁੰਦੇ ਕਿ ਨਹੀਂ ਹੁੰਦੇ। ਡਾਕਟਰ ਸਾਹਿਬ ਕਈ ਕੇਸਿਸ ਦੇ ਵਿੱਚ ਜਿਹੜੇ ਲੋਕ ਸਲਾਹਾਂ ਦਿੰਦੇ ਆ ਉਹਨਾਂ ਦੇ ਆਪਣੇ ਬੱਚੇ ਉਹਨਾਂ ਦੀ ਕੋਈ ਗੱਲ ਨਹੀਂ ਸੁਣਦੇ ਹੁੰਦੇ। ਨਹੀਂ ਸੁਣਦੇ ਕਰਕੇ ਤਾਂ ਉਹ ਲਿਖਦੇ ਕਿਤਾਬਾਂ। ਹਾਂਜੀ, ਸੁਣਦੇ ਹੁੰਦੇ ਕਿਤਾਬ ਕਾਹਨੂੰ ਲਿਖਣੀ ਸੀ। ਅੱਛਾ, ਫਿਰ ਹਰ ਇੱਕ ਖੇਤਰ ਦੇ ਵਿੱਚ ਹੀ ਆ ਜਿਹੜੇ ਬੰਦਿਆਂ ਨੇ ਕੁਛ ਨਹੀਂ ਕੀਤਾ ਹੁੰਦਾ ਨਾ, ਉਹ ਦੂਸਰਿਆਂ ਨੂੰ ਸਲਾਹਾਂ ਦੇਣਗੇ। ਹਾਂਜੀ, ਵੀ ਮੈਂ ਬਿਜ਼ਨਸ ਨਹੀਂ ਕਦੇ ਕੀਤਾ, ਮੈਂ ਜੇ ਜਾ ਕੇ ਕਿਸੇ ਨੂੰ ਦੱਸਣ ਲੱਗ ਪਵਾਂ ਕਿ ਏਦਾਂ ਬਿਜ਼ਨਸ ਕਰਨਾ, ਏਦਾਂ ਨਹੀਂ ਕਰਨਾ, ਕਹਿਣਾ ਵੀ ਆਪ ਤਾਂ ਤੂੰ ਕਦੇ ਕੀਤਾ ਨਹੀਂ ਕੁਛ। ਹਾਂਜੀ, ਬਿਨੇ ਬਿਜ਼ਨਸ ਨੂੰ ਕਦੇ ਹੱਥ ਨਹੀਂ ਲਾਇਆ, ਉਹ ਦੂਸਰੇ ਨੂੰ ਸਲਾਹਾਂ ਦੇਣ ਡਿਆ। ਜਿਹਨੂੰ ਬਿਜ਼ਨਸ ਦੀ ਬੀ ਨਹੀਂ ਪਤਾ ਡਾਕਟਰ ਸਾਹਿਬ, ਕਈ ਵਾਰੀ ਤਾਂ ਉਹ ਸਲਾਹਾਂ ਦੇਣ ਲੱਗ ਜਾਂਦੇ ਆ। ਇਹ ਸਾਡੇ ਇਨਸਾਨੀ ਫਿਤਰਤ ਹੀ ਹੈ। ਸੋ ਟਰੂਡੋ ਸਾਹਿਬ ਤੇ ਖਾਸ ਤੌਰ ਤੇ ਜਸਟਿਸ ਦੀ ਜਿਹੜੀ ਟਿੱਪਣੀ ਸੀ ਨਾ, ਮਜ਼ਾਕੀਆ ਟਿੱਪਣੀ ਉਹਨਾਂ ਨੇ ਕੀਤੀ ਹੈ ਵੀ ਚਲੋ ਸਾਨੂੰ ਤਾਂ ਅਮਰੀਕਾ ਦੇ ਵਿੱਚ ਤਾਂ ਰੌਲਾ ਰੱਪਾ ਪਵੇ ਇਹ ਤਾਂ ਸਮਝ ਆਉਂਦੀ ਆ, ਕੈਨੇਡਾ ਵਾਲਿਆਂ ਨੂੰ ਕੀ ਤਕਲੀਫ ਹੋਈ ਹੈ ਇਹ ਮੈਨੂੰ ਸਮਝ ਨਹੀਂ ਆਉਂਦੀ। ਕਹਿੰਦੇ ਹਾਂਜੀ, ਤੁਸੀਂ ਜੇ ਤੁਸੀਂ ਅਬੋਰਸ਼ਨ ਰਾਈਟਸ ਇੱਥੇ ਰੱਖਣੇ ਆ, ਤੁਹਾਨੂੰ ਤਾਂ ਅਮਰੀਕਾ ਦੀ ਸੁਪਰੀਮ ਕੋਰਟ ਨੂੰ ਸੁਣਨ ਦੀ ਜਾਂ ਨਾ ਸੁਣਨ ਦੀ ਲੋੜ ਹੀ ਨਹੀਂ ਜੀ, ਤੁਸੀਂ ਆਪ ਡਿਸਾਈਡ ਕਰਨਾ। ਪਰ ਵੋਟਾਂ ਇਹਨਾਂ ਨੂੰ ਲੱਗਦਾ ਆ ਇੱਥੇ ਲੋਕੀ ਇੱਕ ਵਾਰ ਸਾਡੇ ਗ੍ਰੇਡ 5 ਦੇ ਸਟੂਡੈਂਟਸ ਦਾ ਸਰਵੇ ਕੀਤਾ, ਉਦੋਂ ਸਟੀਫਨ ਹਾਰਪਰ ਮੇਰਾ ਖਿਆਲ ਪ੍ਰਾਈਮ ਮਿਨਿਸਟਰ ਸੀ, ਤਾਂ ਉਸ ਵੇਲੇ ਉਹਨਾਂ ਨੇ ਪੁੱਛਿਆ ਵੀ ਸਾਡਾ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਕੌਣ ਹੈ, ਤਾਂ ਪਹਿਲੇ ਨੰਬਰ ਤੇ ਤਾਂ ਉਹਨਾਂ ਨੇ ਕਿਹਾ ਬਰਾਕ ਓਬਾਮਾ, ਦੂਜੇ ਨੰਬਰ ਤੇ ਕਿਹਾ ਸਟੀਫਨ ਹਾਰਪਰ, ਜਿਨ੍ਹਾਂ ਨੇ ਜਵਾਬ ਦਿੱਤੇ। ਹਾਂਜੀ, ਕਿਉਂਕਿ ਅਸੀਂ ਤਾਂ ਸਾਡੇ ਬੱਚੇ ਇੱਥੇ ਦੇਖਦੇ ਆ ਕਿਉਂਕਿ ਅਮਰੀਕਨ ਚੈਨਲ ਚੱਲਦੇ ਇੱਥੇ ਜੀ, ਅਮਰੀਕਾ ਦੀਆਂ ਜੋ ਵੀ ਪਬਲਿਸ਼ ਹੋ ਕੇ ਆਉਂਦਾ ਸਾਰਾ ਅਮਰੀਕਾ ਤੋਂ ਹੀ ਆਉਂਦਾ, ਅਮਰੀਕਾ ਦੀਆਂ ਖਬਰਾਂ ਸਾਡੇ ਜ਼ਿਆਦਾ ਡਿਸਕਸ ਕਰਦੇ ਅਸੀਂ, ਤੇ ਇਸੇ ਕਰਕੇ ਸ਼ਾਇਦ ਸੋਚਦਾ ਹੋਣਾ ਜਸਟਿਨ ਟਰੂਡੋ ਵੀ ਚਲੋ ਅਮਰੀਕਾ ਦੀ ਇਸ਼ੂ ਹੈ, ਇਹਦੇ ਕਰਕੇ ਵੋਟਾਂ ਮਿਲ ਜਾਣ ਥੋੜ੍ਹੀਆਂ। ਹਾਂਜੀ, ਤਾਂ ਉਹ ਚਲਦੀ ਗੰਗਾ 'ਚ ਹੱਥ ਧੋਣ ਨੂੰ BC ਦੀ ਮਿਨਿਸਟਰ ਵੀ ਬੈਠੀ ਸੀ। ਹਾਂਜੀ, ਉਹਦੀ ਹਾਂ 'ਚ ਹਾਂ ਕਿਸੇ ਨੇ ਮਿਲਾਈ ਨਹੀਂ, ਵੈਸੇ ਉਹਨੇ ਕੋਸ਼ਿਸ਼ ਕੀਤੀ ਕੋਈ ਅੱਗ ਲਾਉਣ ਦੀ। ਹਾਂਜੀ, ਡਾਕਟਰ ਸਾਹਿਬ ਉਹਨੇ ਕਿਹਾ ਸੀ ਕਿ ਮੇਰੀ ਡੈਡ ਬੋਡੀ ਦੇ ਉੱਤੋਂ ਨਹੀਂ ਲੰਘਣਾ ਪਊਗਾ। ਵੈਸੇ ਵੀ ਡਾਕਟਰ ਸਾਹਿਬ ਜਿਹੜੇ ਹੁਣ US ਜਸਟਿਸ ਅਲੀਟੋ ਸਾਹਿਬ ਆ, ਇਹਨਾਂ ਨੇ ਸ਼ੁਰੂਆਤ ਦੇ ਵਿੱਚ ਵੈਸੇ ਨਾ ਇਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਉਹਦੇ ਵਿੱਚ ਕਹਿੰਦੇ ਕਿ ਮੈਨੂੰ ਸੁਪਰੀਮ ਕੋਰਟ ਦਾ ਇੱਕੋ ਇੱਕ ਫੈਸਲਾ ਲਿਖਣ ਦਾ ਮੌਕਾ ਮਿਲਿਆ। ਕਹਿੰਦੇ ਕਿ ਜਿਹੜੇ ਫੋਰਨ ਲੀਡਰ ਦੀ ਜੁੰਡਲੀ ਆ ਨਾ, ਉਹਦੇ ਤੇ ਇਹਨਾਂ ਸਾਰਿਆਂ ਨੂੰ ਵੀ ਇਤਰਾਜ਼ ਹੋ ਗਿਆ। ਮਤਲਬ ਉਹਨਾਂ ਨੇ ਜਿਹੜਾ ਕਹਿਣ ਦਾ ਢੰਗ ਸੀ, ਜਿਸ ਤਰੀਕੇ ਦੇ ਨਾਲ ਨਾ ਉਹਨਾਂ ਨੇ ਆਪਣੇ ਵਿਅੰਗਾਤਮਕ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਇਹਨਾਂ ਦੇ ਲੀਡਰਸ ਦੇ ਉੱਪਰ ਉਹਨਾਂ ਨੇ ਜਿਹੜਾ ਵਿਅੰਗ ਕੀਤਾ ਨਾ, ਉਹ ਬਹੁਤ ਹੀ ਵਧੀਆ ਸੀ ਡਾਕਟਰ ਸਾਹਿਬ। ਇਹ ਫਿਤਰਤ ਹੀ ਬਣ ਚੁੱਕੀ ਹੈ ਪੋਲੀਟੀਸ਼ੀਅਨ ਦੀ ਕਿ ਜਿਹੜਾ ਆਪਣੇ ਕੋਲ ਮਸਲਾ ਹੋਵੇ ਉਹਦੇ ਬਾਰੇ ਗੱਲ ਨਹੀਂ ਕਰਨੀ, ਹੋਰਨਾਂ ਗੱਲਾਂ ਬਾਰੇ ਗੱਲ ਕਰਨੀ ਹੈ ਤਾਂ ਕਿ ਸਾਡਾ ਧਿਆਨ ਉਧਰ ਚੱਲ ਜਾਵੇ। ਹਾਂਜੀ, ਕਿ ਕਿਸੇ ਦੀ ਪ੍ਰੋਬਲਮ ਆ ਅਸੀਂ ਡਿਸਕਸ ਕਰਾਂਗੇ। ਹੁਣ ਤੁਸੀਂ ਹਰਭਜਨ ਸਿੰਘ ਬਣਾਇਆ, ਇਹਨਾਂ ਨੇ ਪੈਸੇ ਲੈ ਕੇ ਅਰਵਿੰਦ ਕੇਜਰੀਵਾਲ ਨੇ, ਰਾਜ ਸਭਾ ਦਾ ਮੈਂਬਰ, ਉਹਨੇ ਜੀ ਅਫਗਾਨੀ ਸਿੱਖਾਂ ਦੇ ਹੱਕ ਦੇ ਵਿੱਚ ਇੱਕ ਸਪੀਚ ਦਿੱਤੀ ਰਾਜ ਸਭਾ 'ਚ, ਪੰਜਾਬ ਦਾ ਉਹਨੂੰ ਬਣਾਇਆ ਰਾਜ ਸਭਾ ਦਾ ਮੈਂਬਰ। ਉਹਦੀ ਕਦੇ ਪੰਜਾਬ ਬਾਰੇ ਗੱਲਬਾਤ ਸੁਣੀ ਤੁਸੀਂ? ਨਹੀਂ, ਕਦੇ ਸਪੀਚ ਸੁਣੀ ਉਹਦੀ? ਬਿਲਕੁਲ ਵੀ ਨਹੀਂ, ਚੁੱਪ ਨੇ ਬਿਲਕੁਲ। ਤੇ ਉਹਨੂੰ ਪੁੱਛੇ ਵੀ ਪਾਪਾ ਜੀ ਤੁਸੀਂ ਬੋਲਣ ਲੱਗੇ ਅਫਗਾਨੀ ਸਿੱਖਾਂ ਬਾਰੇ, ਤੁਸੀਂ ਦੱਸੋ ਕੀ ਕਰੋਗੇ ਇਹਨੂੰ? ਹਾਂਜੀ, ਹਿੰਦੁਸਤਾਨ ਦੀ ਸਰਕਾਰ ਉਹਨਾਂ ਨੂੰ ਵੀਜ਼ੇ ਦੇ ਰਹੀ ਆ, ਉਹਨਾਂ ਨੂੰ ਲਿਆ ਰਹੀ ਇੱਥੇ, ਉਹਨਾਂ ਦੀ ਪ੍ਰੋਟੈਕਸ਼ਨ ਜੇ ਕਰ ਸਕਦੀ ਆ ਤੇ ਦਿੱਲੀ ਦੀ ਸਰਕਾਰ, ਮੋਦੀ ਸਰਕਾਰ, ਉਹ ਕੁਝ ਕਰ ਸਕਦੀ ਆ ਜੀ। ਤੁਸੀਂ ਨਾ ਮੈਂ 9 ਚੋਂ 13 ਚੋਂ ਕਹਿਣ ਲੱਗਾ ਫੇਕ ਹੈ, ਨਹੀਂ ਨਾ 3 ਚੋਂ ਨਾ 13 ਚੋਂ ਉਹਨਾਂ ਨੂੰ ਲਿਖ ਕੇ ਕਿਸੇ ਨੇ ਦੇਤੀ ਹੋਣੀ ਸਪੀਚ ਵੀ, ਚੱਲ ਤੂੰ ਹੀ ਬੋਲ ਦੇ, ਇੰਨੇ ਦਿਨਾਂ ਦਾ ਮੂੰਹ ਚੁੱਪ ਕਰਕੇ ਬੈਠਾ ਇੱਥੇ, ਪਿੱਛੇ ਸੰਤ ਜੀ ਆਏ ਆ, ਉਹਨਾਂ ਸੰਤ ਜੀ ਨੇ ਹੀ ਭਾਸ਼ਣ ਦਿੱਤਾ, ਤੈਨੂੰ ਵੀ ਭਾਸ਼ਣ ਦੇਣਾ ਚਾਹੀਦਾ। ਹਾਂਜੀ, ਤੇ ਪੰਜਾਬ ਦੀ ਕੋਈ ਗੱਲ ਨਹੀਂ, ਹਿੰਦੁਸਤਾਨ ਦੀ ਕੋਈ ਗੱਲ ਨਹੀਂ, ਜੇ ਸਭ ਤੋਂ ਸੇਫ ਤਰੀਕੇ ਨਾਲ ਸੋਚਿਆ ਵੀ ਚੱਲ ਅਫਗਾਨਿਸਤਾਨ ਬਾਰੇ ਗੱਲ ਕਰ ਲੈਂਦੇ, ਇਹ ਇਮੋਸ਼ਨਲ ਇਸ਼ੂ ਆ ਨਾ। ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ ਡਾਕਟਰ ਸਾਹਿਬ। ਡਾਕਟਰ ਸਾਹਿਬ ਗੱਲ ਕਰਦੇ ਹਾਂ ਹੁਣ ਆਪਾਂ ਅਮਰੀਕਨਸ ਦੀ। ਗੈਲਪ ਦੁਆਰਾ ਇੱਕ ਸਰਵੇ ਕੀਤਾ ਗਿਆ ਸੀ, ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੇ ਅਮਰੀਕਨਸ ਹੈਗੇ ਆ ਉਹ ਵੱਧ ਰਹੀ ਮਹਿੰਗਾਈ ਤੋਂ ਦੁਖੀ ਆ, ਇਨਫਲੇਸ਼ਨ ਦਿਨੋਂ ਦਿਨ ਵੱਧ ਰਹੀ ਆ, ਤੇ ਜਿਹੜਾ ਬਾਈਡਨ ਦਾ ਪ੍ਰਸ਼ਾਸਨ ਹੈਗਾ ਬਹੁਤ ਹੀ ਜ਼ਿਆਦਾ ਮਾੜਾ, ਉਹਦੇ ਤੋਂ ਬਹੁਤ ਜ਼ਿਆਦਾ ਦੁਖੀ ਨੇ। ਆਰਥਿਕਤਾ ਦੀ ਜਿਹੜੀ ਸਥਿਤੀ ਆ ਉਹਨੂੰ ਆਪਣੇ ਦੇਸ਼ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਦੇ ਰੂਪ ਦੇ ਵਿੱਚ ਉਹ ਦੇਖਦੇ ਆ। ਇਸ ਸਰਵੇ ਦੇ ਵਿੱਚ ਇਹ ਸਾਹਮਣੇ ਆਇਆ ਕਿ ਸਿਰਫ 1% ਨੇ ਰੂਸ ਦਾ ਜ਼ਿਕਰ ਕੀਤਾ।
ਉਹਦੇ ਤੋਂ ਇਲਾਵਾ ਨਹੀਂ ਕਿਸੇ ਨੇ ਵੀ ਕੀਤਾ। ਤੇ ਜਿਹੜੀ ਪੋਲਿੰਗ ਏਜੰਸੀ ਇਹਨਾਂ ਨੇ ਕਿਹਾ ਕਿ ਜਿਹੜਾ ਯੂਕਰੇਨ ਦਾ ਕੌਨਫਲਿਕਟ ਚੱਲ ਰਿਹਾ ਰਸ਼ੀਆ ਦੇ ਨਾਲ, ਅਮਰੀਕਾ ਦੇ ਵਿੱਚ ਇਹ ਇੰਨਾ ਜ਼ਿਆਦਾ ਨਹੀਂ ਲੋਕਾਂ ਵੱਲੋਂ ਡਿਸਕਸ ਕੀਤਾ ਜਾਂਦਾ ਜਾਂ ਲੋਕਾਂ ਨੂੰ ਲੱਗਦਾ ਨਹੀਂ ਕਿ ਵੀ ਉਹਨਾਂ ਦੀ ਜ਼ਿੰਦਗੀ ਤੇ ਇਸ ਚੀਜ਼ ਦਾ ਜ਼ਿਆਦਾ ਅਸਰ ਆ। ਇਸ ਸਰਵੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਹੁਣ ਪਿੱਛੇ ਜਿਹੇ ਤੁਸੀਂ ਦੇਖਿਆ ਹੋਣਾ ਫੋਰਨ ਮਿਨਿਸਟਰ ਗੱਲ ਕਰ ਰਹੇ ਆ ਇੱਕ ਦੂਸਰੇ ਨਾਲ। ਜੋ ਬਾਈਡਨ ਸਾਹਿਬ ਨੇ ਕੱਲ ਇਹ ਕਹਿਤਾ ਪਰਸੋਂ ਕਿ ਮੈਂ ਪੁਟਿਨ ਨਾਲ ਗੱਲ ਕਰਨ ਨੂੰ ਤਿਆਰ ਹਾਂ, ਬੈਠ ਕੇ ਅਸੀਂ ਕੋਈ ਹਥਿਆਰਾਂ ਬਾਰੇ ਸਮਝੌਤਾ ਕਰੀਏ, ਉਹਨੂੰ ਲਿਮਿਟ ਕਰੀਏ। ਇਹਨਾਂ ਨੇ ਵੀ ਪੋਲ ਪੜ੍ਹ ਲਏ, ਕੋਸ਼ਿਸ਼ ਕੀਤੀ ਕਿ ਯੂਕਰੇਨ ਰਸ਼ੀਆ ਲੜਾਈ ਦੇ ਵਿੱਚੋਂ ਸਾਨੂੰ ਡੈਮੋਕ੍ਰੈਟਿਕ ਪਾਰਟੀ ਨੂੰ ਫਾਇਦਾ ਹੋ ਜਾਵੇ। ਕੋਈ ਫਾਇਦਾ ਕੋਈ ਹੋਇਆ ਨਹੀਂ। ਲੋਕੀ ਐਕਚੁਅਲੀ ਇਹ ਕਹਿ ਰਹੇ ਕਿ ਉਹ ਸੈਂਕਸ਼ਨ ਲਾਏ ਕਰਕੇ ਤਾਂ ਅਸੀਂ ਵੀ ਦੁਖੀ ਹਾਂ। ਸੈਂਕਸ਼ਨਸ ਜਿਹੜੇ ਆ ਉਹ ਕਹਿੰਦੇ ਆ ਕਿ ਰਸ਼ੀਅਨਸ ਨੂੰ ਕੁਛ ਨਹੀਂ ਕਰਦੇ, ਸਾਨੂੰ ਕਰ ਰਹੇ ਸਾਰੇ। ਹਾਂਜੀ। ਸੋ ਲੋਕਾਂ ਦਾ ਜਿਹੜਾ ਸੰਬੰਧ ਆ, ਇਹ ਗੈਲਪ ਪੋਲ ਨੇ ਇਹ ਸਾਬਤ ਕਰਤਾ ਕਿ ਜਿਹੜੀਆਂ ਇਸ਼ੂਜ਼ ਆ, ਜਿਹੜੇ ਮਸਲੇ ਉਹਨਾਂ ਦੇ, ਚਾਹੇ ਉਹਨਾਂ ਦਾ ਰੁਜ਼ਗਾਰ ਦਾ ਮਸਲਾ ਆ, ਜੋ ਕੁਝ ਖਰੀਦਦੇ ਆ ਉਹ ਮਸਲਾ ਉਹਨਾਂ ਲਈ, ਕੀਮਤਾਂ ਹਰ ਗਰੋਸਰੀ ਹਰ ਇੱਕ ਬੰਦਾ ਲੈ ਕੇ ਆਉਂਦਾ ਨਾ। ਹਾਂਜੀ। ਭੁੱਖੇ ਦਿਨ ਤੁਸੀਂ ਕਿੰਨੇ ਕੁ ਦਿਨ ਰਹੋਗੇ। ਤੇ ਰਸ਼ੀਆ ਬਾਰੇ ਤਾਂ ਉਹਨਾਂ ਦੀ ਲੋਕਾਂ ਦੀ ਆ ਸੋਚ ਵੀ ਜਿਹੜੀ ਇੱਕ ਇਸ਼ੂ ਨੂੰ ਡਿਵਰਟ ਕਰਕੇ ਦੂਸਰੇ ਦੇਸ਼ ਦੀ ਇਸ਼ੂ ਇੱਥੇ ਲਿਆ ਰਿਹਾ ਸੀ। ਜਿੱਦਾਂ ਹੁਣੇ ਕਰਕੇ ਅਸੀਂ ਡਿਸਕਸ ਕਰ ਰਹੇ ਹਾਂ, ਜਸਟਿਸ ਨੇ ਇਹ ਕਿਹਾ ਕਿ ਸਾਡੀ ਤਾਂ ਉਹ ਇਸ਼ੂ ਆ, ਚਲੋ ਮੰਨਿਆ, ਪਰ ਟਰੂਡੋ ਦਾ ਇਹਦੇ ਵਿੱਚ ਕੀ ਕੰਮ ਆ। ਹਾਂਜੀ। ਇਦਾਂ ਹੀ ਹੁਣ ਸੋਚਿਆ ਲੋਕਾਂ ਨੇ, ਅਮਰੀਕਾ ਦੇ ਲੋਕ ਸੋਚਦੇ ਆ ਕਿ ਰਸ਼ੀਆ ਵਾਲਿਆਂ ਦੀ ਹੋ ਗਈ ਪ੍ਰੋਬਲਮ, ਉਹਨਾਂ ਦੀ ਦੋਹਾਂ ਦੀ, ਯੂਕਰੇਨ ਵਾਲੇ ਤੇ ਰਸ਼ੀਆ ਵਾਲਿਆਂ ਦੀ ਆਪਣੀ ਪ੍ਰੋਬਲਮ ਹੈ। 1% ਨੇ ਸੋਚਿਆ ਕਿ ਉਹ ਸਾਡੀ ਵੀ ਪ੍ਰੋਬਲਮ ਹੈ। 99% ਲੋਕੀ ਇਹ ਕਹਿੰਦੇ ਕਿ ਸਾਡੀ ਪ੍ਰੋਬਲਮ ਤਾਂ ਆਇਆ ਵੀ ਵੱਧ ਰਹੀਆਂ ਪ੍ਰਾਈਸਸ। ਹਾਂਜੀ। ਤੇ ਜਿਹੜੀਆਂ ਵੀ ਪਾਲਿਸੀਜ਼ ਤੁਸੀਂ ਬਣਾ ਰਹੇ, ਅਸੀਂ ਉਹਨਾਂ ਦੇ ਖਿਲਾਫ ਹਾਂ ਜੀ। ਖਤਰੇ ਵਾਲੀ ਘੰਟੀ ਇਹ ਆ। ਹਾਂਜੀ। ਤੇ ਹੁਣ ਜਿਹੜੇ ਇਹਨਾਂ ਨੇ ਸੁਧਾਰ ਜਿਹਾ ਲਿਆਂਦਾ ਨਾ, ਅੱਗੇ ਜਿਹੜੇ ਕਹਿ ਰਹੇ ਸੀ ਪੁਟਿਨ ਨੂੰ ਮਾਰ ਦਿਓ, ਫਲਾਨਾ ਕਰ ਦਿਓ, ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਹੁਣ ਸਿੱਧੇ ਆਪਣੀ ਕਹਿੰਦੇ ਖੋਤੀ ਬੋਰਡ ਦੇ ਥੱਲੇ ਆ ਗਈ ਹੁਣ। ਹਾਂਜੀ। ਤੇ ਹੁਣ ਇਹਨਾਂ ਨੇ ਚੀਨ ਨੂੰ ਧੱਕ ਲਿਆ ਇੱਕ ਪਾਸੇ ਨੂੰ। ਉਹਨਾਂ ਦੇ ਚੀਨ ਵਾਲਿਆਂ ਨੇ ਵੀ ਗੱਪਾਂ ਮਾਰੀਆਂ ਜ਼ਿਆਦਾ ਛੱਡੀਆਂ ਸੀ, ਅਸੀਂ ਆਹ ਕਰ ਦਿਆਂਗੇ, ਅਸੀਂ ਆਹ ਕਰ ਦਿਆਂਗੇ। ਵੀ ਤੁਸੀਂ ਚੁੱਪ ਕਰਕੇ, ਜੇ ਜਾਂਦੀ ਹੈ ਪਲੋਸੀ, ਕੋਈ ਗੱਲ ਨਹੀਂ, ਚੁੱਪ ਕਰਕੇ ਬੈਠੇ ਰਹੋ। ਸੀਕਰਟਲੀ ਜਿਹੜਾ ਵੀ ਡਿਪਲੋਮੈਟਿਕ ਚੈਨਲ ਹੈਗਾ ਉਹਦੇ ਨਾਲ ਪ੍ਰੋਟੈਸਟ ਕਰੋ ਤੁਸੀਂ। ਹਾਂਜੀ। ਜੇ ਤੁਸੀਂ ਕਹਿੰਦੇ ਅਸੀਂ ਮਿਲਟਰੀ ਡਰਿਲ ਕਰਨੀ ਆ, ਆਹ ਕਰਨੀ ਆ, ਤੇ ਇਹ ਤਾਂ ਚਾਹੁੰਦੇ ਆ ਵੀ ਸਾਡੇ ਨਾਲ ਕੋਈ ਲੜਾਈ ਹੋਵੇ। ਜੀ। ਇਸ ਵੇਲੇ ਚਾਹੁੰਦੇ ਆ ਵੀ ਚਾਈਨਾ ਨਾਲ ਸਾਡੀ ਕੋਈ ਸਕਰਮਿਸ਼ ਹੋਵੇ ਉੱਥੇ। ਹਾਂਜੀ। ਤੇ 4 ਮਿਸਲਾਂ ਅਸੀਂ ਮਾਰੀਏ, 4 ਉਹ ਮਾਰਨ, ਦੋਹਾਂ ਪਾਸਿਆਂ ਦਾ ਥੋੜਾ ਨੁਕਸਾਨ ਹੋਵੇ ਤਾਂ ਡੈਮੋਕ੍ਰੈਟਿਕ ਪਾਰਟੀ ਦੇ ਅਗਲੀ ਇਲੈਕਸ਼ਨ ਦੇ ਵਿੱਚ ਬਚ ਜਾਵੇ। ਹਾਂਜੀ। ਵੈਸੇ ਡਾਕਟਰ ਸਾਹਿਬ, ਡੋਨਲਡ ਟਰੰਪ ਨੇ ਤਾਂ ਕਿਹਾ ਕਿ ਜਿਹੜੀ ਨੈਂਸੀ ਪੈਲੋਸੀ ਉਹਦਾ ਦਿਮਾਗ ਖਰਾਬ ਹੋ ਗਿਆ। ਉਹ ਖੈਰ ਉਹਨਾਂ ਤਾਂ ਰਿਪਬਲਿਕਨ ਪਾਰਟੀ ਨੂੰ ਤਾਂ ਪਤਾ ਹੀ ਹੈ ਵੀ ਉਹ ਗਈ ਕਿਉਂ ਉੱਥੇ। ਹਾਂਜੀ। ਗਈ ਤਾਂ ਇਸ ਕਰਕੇ ਵੀ ਜਾਤੀ ਤੌਰ ਤੇ, ਖਾਸ ਤੌਰ ਤੇ ਉਹਦੀਆਂ 3 ਇਸ਼ੂ ਸਮਝ ਲਓ ਵੱਡੀਆਂ ਆ ਗਈਆਂ। ਉਹਦੇ ਹਸਬੈਂਡ ਨੇ ਲੋਕਾਂ ਨੂੰ ਇਹ ਨਸੀਹਤਾਂ ਦਿੰਦੇ ਫਿਰਦੇ ਆ। ਹਸਬੈਂਡ ਉਹਦਾ ਸ਼ਰੇਆਮ ਸ਼ਰਾਬ ਪੀ ਕੇ ਡਰਾਈਵ ਕਰਦਾ ਸੀ, ਫੜਿਆ ਗਿਆ। ਦੂਸਰਾ, ਉਹਨੇ ਸ਼ਰੇਆਮ ਸੈਮੀ ਕੰਡਕਟਰ ਇੰਡਸਟਰੀ ਦੇ ਸ਼ੇਅਰ ਖਰੀਦੇ ਆ, ਜਿਹੜੀ ਨੌਲੇਜ ਸਿਰਫ ਪਲੋਸੀ ਨੂੰ ਹੋਣੀ ਚਾਹੀਦੀ ਸੀ। ਤੇ ਤੀਸਰਾ, ਉਹਦੀ ਪਾਰਟੀ ਦੇ ਵਿੱਚ ਉਹਦੇ ਬੰਦੇ ਪੁੱਛ ਰਹੇ ਆ ਵੀ ਤੂੰ 82 ਸਾਲਾਂ ਦੀ ਹੋ ਗਈ ਆ, ਰਿਟਾਇਰ ਕਦੋਂ ਹੋਣਾ। ਹਾਂਜੀ। ਤੇ ਉਹ ਸਭ ਕੁਝ ਨੂੰ ਭੁਲਾ ਕੇ ਨਾ, ਉਹ ਜਾਣ ਕੇ ਪੰਗਾ ਲੈਣ ਗਏ ਵੀ ਉੱਥੇ ਤਾਇਵਾਨ ਦਾ ਇਸ਼ੂ ਸ਼ੁਰੂ ਕਰ ਦੂੰਗੀ ਤਾਂ ਪਿਛਲੀਆਂ ਮੇਰੀਆਂ ਗੱਲਾਂ ਭੁੱਲ ਜਾਣਗੇ। ਡੈਮੋਕ੍ਰੈਟਿਕ ਪਾਰਟੀ ਦੇ ਜਿਹੜੇ ਖਿਲਾਫ ਲੋਕੀ ਹੋਏ ਆ, ਸ਼ਾਇਦ ਇਹ ਭੁੱਲ ਜਾਣ। ਹੁਣ ਅਗਲਾ ਜਿਹੜੇ ਪੋਲ ਆਏ ਤੇ ਪਤਾ ਲੱਗਣਾ ਵੀ ਇਹਦਾ ਤਾਇਵਾਨ ਜਾਣ ਦਾ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ। ਨੁਕਸਾਨ ਤਾਂ ਹੁੰਦਾ ਹੀ ਹੁੰਦਾ ਇਹਨਾਂ ਜੋ ਬਾਈਡਨ ਦਾ, ਉਹਨਾਂ ਨੇ ਹੋਰ ਕੋਈ ਗੱਲ ਕਰ ਦੇਣੀ ਹੈ। ਅਜੇ 2.5 ਮਹੀਨੇ ਪਏ ਆ ਤੇ ਕਾਫੀ ਲੰਬਾ ਸਮਾਂ ਜ਼ਰੂਰੀ ਨਹੀਂ, ਹੋ ਸਕਦਾ ਵਕਤੀ ਤੌਰ ਤੇ ਉਹਨਾਂ ਨੂੰ ਫਾਇਦਾ ਹੋ ਗਿਆ ਹੋਵੇ। ਹਾਂਜੀ। ਇਹ ਅਗਲੇ ਹਫ਼ਤੇ ਜਿਹੜਾ ਪੋਲੀਟੀਕੋ ਨੇ ਕਰਨਾ, ਉਸ ਇੱਕ ਹਫ਼ਤੇ ਬਾਅਦ ਕਰ ਦਿੰਦੇ ਪੋਲ, ਅਗਲੇ ਹਫ਼ਤੇ ਪਤਾ ਲੱਗ ਜਾਣਾ। ਜੀ। ਡਾਕਟਰ ਸਾਹਿਬ, ਹੁਣ ਰੁਕ ਕਰਦੇ ਆ ਅਗਲੀ ਖਬਰ ਵੱਲ। ਜਰਮਨ ਵੈਪਨਸ ਹੈਗੇ ਆ ਜਿਹੜੇ ਉਹਨਾਂ ਨੇ ਯੂਕਰੇਨ ਨੂੰ ਭੇਜੇ ਸੀਗੇ। ਯੂਕਰੇਨ ਵਾਲਿਆਂ ਦਾ ਕਹਿਣਾ ਹੈਗਾ ਕਿ ਜਿਹੜੀਆਂ ਜਰਮਨ ਆਰਟਿਲਰੀ ਗਨਸ ਹੈਗੀਆਂ ਨੇ ਇਹ ਖਰਾਬ ਨੇ, ਇਹ ਕੰਮ ਨਹੀਂ ਕਰਦੀਆਂ।
ਯੂਕਰੇਨੀ ਤੇ ਇਹ ਕਹਿ ਰਹੇ ਆ ਤੇ ਜਰਮਨ ਵਾਲੇ ਕਹਿ ਰਹੇ ਆ ਕਿ ਇਹਨਾਂ ਨੂੰ ਚਲਾਉਣੀਆਂ ਨਹੀਂ ਆਉਂਦੀਆਂ ਹੈਗੀਆਂ। ਹੁਣ ਤੁਸੀਂ ਇਸ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਯੂਕਰੇਨ ਵਾਲਿਆਂ ਨੇ ਜੇ ਦੁਸ਼ਮਣ ਬਣਾਉਣੇ ਹੋਣ ਨਾ, ਜੇ ਉਹ ਕਿਤਾਬ ਲਿਖ ਸਕਦੇ ਜ਼ੈਲੈਂਸਕੀ ਸਾਹਿਬ, ਹਾਂਜੀ, ਕਿਵੇਂ ਦੁਸ਼ਮਣ ਬਣਾਈਏ। ਜਿਹੜੇ ਮੁਲਕਾਂ ਨੇ ਉਹਨਾਂ ਦੀ ਮਦਦ ਕੀਤੀ ਹੈ ਜਾਂ ਕਰ ਰਹੇ ਆ, ਉਹਨਾਂ ਦੀ ਵੀ ਉਹ ਵੀ ਡਰਦੇ ਵੀ ਇਹਨੇ ਕੁਝ ਕਹਿ ਦੇਣਾ ਤੇ ਉਹ ਸਾਡੇ ਖਿਲਾਫ ਹੋਣਾ। ਚਲੋ ਰਸ਼ੀਆ ਦੇ ਖਿਲਾਫ ਤਾਂ ਕਹਿਣਾ ਹੀ ਕਹਿਣਾ ਹੈ ਕਿਉਂਕਿ ਉਹ ਰਸ਼ੀਆ ਦੇ ਆਣੇ ਨੇ ਇਨਵੇਡ ਕੀਤਾ ਉਹਨਾਂ ਨੂੰ, ਹਾਂਜੀ, ਪਰ ਇਹਨਾਂ ਨੇ ਉਹ ਵੀ ਬੰਦਾ ਨਹੀਂ ਕੋਈ ਛੱਡਿਆ ਜਿਹੜਾ ਇਹਨਾਂ ਦੀ ਹੈਲਪ ਕਰ ਰਿਹਾ ਜੀ। ਇੱਕ ਸਿਰਫ ਤੇ ਸਿਰਫ ਅਜੇ ਤਾਈਂ ਪਹਿਲਾਂ ਅਮਰੀਕਾ ਦੇ ਖਿਲਾਫ ਨਹੀਂ ਸੀ ਬੋਲੇ, ਉਹ ਇੱਕ ਮੁਲਕ ਛੱਡਿਆ ਸੀ। ਹੁਣ ਉਹਨਾਂ ਨੇ ਇਹ ਵੀ ਧਰ ਹੈ, ਹਾਂਜੀ, ਕਹਿੰਦੇ ਕਿ ਅਮਰੀਕਨਜ਼ ਨੂੰ ਕੋਵਿਡ ਬਾਰੇ ਫਿਕਰ ਨਹੀਂ ਚਾਹੀਦਾ, ਨਾ ਇਨਫਲੇਸ਼ਨ ਬਾਰੇ, ਤੁਹਾਨੂੰ ਯੂਕਰੇਨ ਤੇ ਰਸ਼ੀਆ ਦੀ ਲੜਾਈ ਬਾਰੇ ਸੋਚਣਾ ਚਾਹੀਦਾ, ਹਾਂਜੀ। ਮਤਲਬ ਉਹ ਲੋਕਾਂ ਨੂੰ ਦੱਸ ਰਿਹਾ ਵੀ ਤੁਹਾਡੇ ਮਿਲੀਅਨ ਤੋਂ ਜ਼ਿਆਦਾ ਬੰਦੇ ਮਰੇ, ਉਹਨਾਂ ਦਾ ਫਿਕਰ ਨਾ ਕਰੋ, ਸਾਡੇ ਬੰਦਿਆਂ ਦਾ ਫਿਕਰ ਕਰੋ, ਹਾਂਜੀ। ਕੋਈ ਨਹੀਂ ਉਹਨੇ ਛੱਡਿਆ ਬੰਦਾ ਅੱਜ ਤਾਈਂ। ਅੱਛਾ, ਸਭ ਤੋਂ ਵੱਡੀ ਜਿਹੜੀ ਖਤਰੇ ਦੀ ਘੰਟੀ ਆ ਉਹ ਹੈਗੀ ਜਿਹੜੀ ਕੰਪਨੀ ਨੇ ਉਹ ਅਰਟਿਲਰੀ ਦਾ ਪੀਸ ਬਣਾਇਆ। ਹੁਣ ਉਹਨਾਂ ਦੀ ਜਿਹੜੀ ਲੜਾਈ ਲੱਗੀ ਹੁੰਦੀ ਹੈ ਨਾ, ਇਹਦੇ ਵਿੱਚ ਕੰਪਨੀਆਂ ਆਪਣੀ ਐਡ ਵੀ ਕਰਦੀਆਂ ਹੈ, ਸਰਕਾਰਾਂ ਦੇ ਕੋਲ ਵੀ ਜਾਂਦੀਆਂ ਨੇ ਕਿ ਦੇਖੋ ਫਲਾਨੀ ਜੰਗ ਦੇ ਵਿੱਚ ਇਹਨਾਂ ਨੇ ਫਲਾਨੇ ਜਹਾਜ਼ ਯੂਜ਼ ਕੀਤੇ, ਅਸੀਂ ਬਣਾਏ ਸੀ, ਜਾਂ ਫਲਾਨੀ ਅਰਟਿਲਰੀ ਪੀਸ ਬਣਾਇਆ ਸੀ, ਅਸੀਂ ਬਣਾਇਆ ਸੀ। ਤਾਂ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਤਾਂ ਵੇਚਣੀਆਂ ਹੁੰਦੀਆਂ। ਉਹਨਾਂ ਲਈ ਇਹ ਖਤਰੇ ਦੀ ਘੰਟੀ ਤਾਂ ਆ ਕਿ ਯੂਕਰੇਨ ਵਾਲੇ ਇਹ ਕਹਿ ਰਹੇ ਕਿ ਇਹ ਕੰਮ ਨਹੀਂ ਕਰਦੀਆਂ, ਇਹਨਾਂ ਨੂੰ ਅੱਗ ਲੱਗ ਜਾਂਦੀ ਹੈ, ਹਾਂਜੀ। ਤੇ ਜਰਮਨ ਦੇ ਫਿਰ ਜਿਹੜੇ ਅਰਟਿਲਰੀ ਦੇ ਕਮਾਂਡਰਜ਼ ਆ ਉਹ ਕਹਿੰਦੇ ਕਿ ਇਹਨਾਂ ਨੂੰ ਚਲਾਉਣੇ ਹੀ ਨਹੀਂ ਆਉਂਦੇ, ਹਾਂਜੀ। ਕਹਿੰਦੇ ਅੱਗ ਵੈਸੇ ਲੱਗਣੀ ਨਹੀਂ ਚਾਹੀਦੀ ਅਰਟਿਲਰੀ ਦੇ ਪੀਸ ਨੂੰ, ਇਹਨਾਂ ਨੂੰ ਚਲਾਉਣਾ ਹੀ ਨਹੀਂ ਆਉਂਦੇ, ਹਾਂਜੀ। ਤਾਂ ਉਹਨਾਂ ਨੇ ਵੀ ਤਾਂ ਡਿਫੈਂਸ ਕਰਨੀ ਸੀ ਨਾ, ਉਹਨਾਂ ਨੂੰ ਕੰਪਨੀ ਵਾਲਿਆਂ ਨੇ ਵੀ ਕਿਹਾ ਹੋਣਾ, ਸਰਕਾਰ ਨੇ ਵੀ ਕਿਹਾ ਹੋਣਾ ਵੀ ਦੂਸਰੇ ਮੁਲਕਾਂ ਨੂੰ ਕਿੱਦਾਂ ਵੇਚਾਂਗੇ ਜੇ ਇਹ ਰੌਲਾ ਪਾਉਣ ਲੱਗੇ ਆ, ਹਾਂਜੀ। ਇਹ ਤੁਹਾਡਾ ਤੁਸੀਂ ਇੱਥੋਂ ਸਮਾਨ ਚੱਕ ਲਿਆਓ, ਕਿਸੇ ਸਟੋਰ ਦੇ ਵਿੱਚੋਂ ਆਓ, ਤੁਸੀਂ ਕਹੋ ਵੀ ਇਹਨਾਂ ਦਾ ਖਾਣਾ ਖਾਧਾ ਸੀ ਤਾਂ ਮੈਨੂੰ ਉਦੋਂ ਹੀ ਉਲਟੀਆਂ ਲੱਗ ਗਈਆਂ, ਤਾਂ ਉਹ ਪੇਪਰ 'ਚ ਦੇ ਦਿਓ, ਤਾਂ ਉਹ ਬੰਦੇ ਤੁਹਾਨੂੰ ਆਉਣਗੇ ਕਿ ਭਾਈ ਤੈਨੂੰ ਖਾਣਾ ਹੀ ਨਹੀਂ ਖਾਣਾ ਆਉਂਦਾ, ਹਾਂਜੀ। ਸੋ ਇਸ ਕਰਕੇ ਐਡ ਜਿਹੜੀ ਮਾੜੀ ਐਡ ਅੱਜ ਕੱਲ੍ਹ ਮਿਲਦੀ ਹੈ ਤੁਹਾਡੇ ਵੈਪਨਸ ਨੂੰ, ਉਹ ਮਿਲਦੀ ਯੂਕਰੇਨ ਤੋਂ, ਕਿਉਂਕਿ ਉਹਨਾਂ ਨੂੰ ਇੱਕ ਨੰਬਰ 1 ਤੇ ਉਹ ਆਉਂਦੇ ਹੀ ਵੈਪਨਸ ਉਹਨਾਂ ਦੇ ਕਮਾਂਡਰ ਵੇਚੀ ਜਾਂਦੇ ਆ, ਹਾਂਜੀ। ਤਾਂ ਦੂਜਾ ਹੁਣ ਜਰਮਨੀ ਵਾਲੇ ਇਹ ਕਹਿੰਦੇ ਵੀ ਇਹਨਾਂ ਨੂੰ ਚਲਾਉਣਾ ਹੀ ਨਹੀਂ ਆਉਂਦੇ, ਹਾਂਜੀ। ਡਾਕਟਰ ਸਾਹਿਬ, ਰੁੱਖ ਕਰਦੇ ਆ ਅਗਲੀ ਖਬਰ ਵੱਲ। ਗੱਲ ਕਰਦੇ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜੀ ਦੀ। ਡਾਕਟਰ ਸਾਹਿਬ, ਨਿਊਜ਼ ਆਈ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਨੂੰ ਨਾ 17 ਪੋਰਟਰੇਟ ਮਿਲੇ ਆ ਐਜ਼ ਅ ਗਿਫਟ, ਉਹਨਾਂ ਦੇ ਆਪਣੇ ਹੀ, ਲਾਈਕ 17 ਪੋਰਟਰੇਟ ਉਹਨਾਂ ਦੇ ਆਪਣੇ ਹੀ ਉਹਨਾਂ ਨੂੰ ਗਿਫਟ ਦੇ ਤੌਰ ਤੇ ਮਿਲਿਆ। ਤੇ ਇਹਨਾਂ ਦੇ ਵਿੱਚ ਚੀਨ ਦੇ ਰਾਸ਼ਟਰਪਤੀ ਦੁਆਰਾ ਵੀ ਇੱਕ ਸ਼ਾਮਲ ਆ ਜਿਹਦੇ ਚ ਉਹਨਾਂ ਨੇ ਉਹਨਾਂ ਦਾ ਪੋਰਟਰੇਟ ਬਣਾ ਕੇ ਗਿਫਟ ਕੀਤਾ। ਹੁਣ ਤੁਸੀਂ ਇਸ ਖਬਰ ਬਾਰੇ ਦੱਸੋ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਟਰੂਡੋ ਸਾਹਿਬ ਨੇ, ਪਹਿਲੀ ਤਾਂ ਗੱਲ ਉਹਨਾਂ ਦੀ ਆਪਣੀ ਕੋਈ ਅਚੀਵਮੈਂਟ ਨਹੀਂ ਹੈ ਜ਼ਿੰਦਗੀ ਦੇ ਵਿੱਚ। ਇੱਕ ਟੀਚਰ ਬਣੇ ਸੀ, ਉਹ ਵੀ ਸਬਸਟੀਚਿਊਟ ਟੀਚਰ ਸੀ। ਉਹ ਸਿਰਫ ਤੇ ਸਿਰਫ ਜੋ ਕੁਝ ਵੀ ਹੈ ਅੱਜ ਆਪਣੇ ਫਾਦਰ ਦਾ ਵਜ੍ਹਾ ਕਰਕੇ, ਜੇ ਉਹਨਾਂ ਦੀ ਇੱਜ਼ਤ ਚੱਲ ਰਹੀ ਹੈ ਸਾਰੇ ਕੈਨੇਡਾ ਦੇ ਵਿੱਚ, ਉਹ ਇਸ ਕਰਕੇ ਹੈ ਕਿ ਉਹ ਪੀਅਰ ਐਲੀਅਟ ਟਰੂਡੋ ਦਾ ਬੇਟਾ ਹੈ, ਹਾਂਜੀ। ਅੱਛਾ, ਉਹ ਆਪਣੇ ਆਪ ਨਾਲ ਇੰਨੇ ਸੈਲਫ ਅਬਸੈਸਡ ਆ ਵੀ ਜੇ ਦੌੜੇ ਵੀ ਜਾਂਦੇ ਆ ਨਾਲ ਕੈਮਰੇ ਵਾਲੇ ਨੂੰ ਲੈ ਕੇ ਜਾਂਦੇ ਆ, ਫੋਟੋ ਕਿਸੇ ਨੂੰ ਖਿਚਾਉਣੀ, ਉਹਨੂੰ ਬਹੁਤ ਜ਼ਿਆਦਾ ਸ਼ੌਂਕ ਆ ਨਾ ਫੋਟੋ ਖਿਚਾਉਣ ਦਾ। ਨਾਰਸਿਸਿਸਟਿਕ ਕਹਿੰਦੇ ਹੁੰਦੇ ਕਿ ਪਰਸਨੈਲਿਟੀ ਹੁੰਦੀ ਨਾ, ਜਿਹੜੀ ਕਿ ਮੈਂ ਕੁਛ ਨਹੀਂ ਸੋਚਣਾ ਵੀ ਕੋਈ ਹੋਰ ਵੀ ਕਰ ਸਕਦਾ, ਮੈਂ ਹੀ ਕਰ ਸਕਦਾ। ਤੇ ਕੁਛ ਜਿਹੜੇ ਬੰਦੇ ਜਿਹੜੇ ਇਹਨਾਂ ਨੂੰ ਜਾਣਦੇ ਆ, ਉਹਨਾਂ ਨੇ ਵੀ ਸ਼ੁਰੂ ਕੀਤਾ ਵੀ ਜਿਹੜੇ ਬੰਦੇ ਦੀ ਇੰਨੀ ਸੈਲਫ ਅਬਸੈਸ਼ਨ ਹੈ ਆਪਣੇ ਆਪ ਦੇ ਵਿੱਚ, ਤੇ ਉਹ ਹੋਰ ਕਿਹੜੀ ਪਸੰਦ ਕਰੂਗਾ। ਤੁਸੀਂ ਜਦੋਂ ਗਿਫਟ ਕਿਸੇ ਨੂੰ ਦੇਣਾ ਹੋਵੇ, ਹਮੇਸ਼ਾ ਹੀ ਸੋਚਦੇ ਆ ਕਿ ਕਿਹਨੂੰ ਕੀ ਗਿਫਟ ਦਿੱਤਾ ਜਾਵੇ, ਜੀ ਆਪਾਂ ਕੀ ਪਸੰਦ ਕਰੂਗਾ ਇਹ। ਮੈਂ ਹੁਣ ਕਿਸੇ ਨੂੰ ਬਰਫੀ ਫੜਾ ਦੇਵਾਂ, ਅਗਲਾ ਕਹਿੰਦਾ ਮੈਂ ਤਾਂ ਬਰਫੀ ਖਾਂਦਾ ਹੀ ਨਹੀਂ, ਹਾਂਜੀ। ਕੋਈ ਤੁਸੀਂ ਤਾਂ ਹੀ ਤੁਸੀਂ ਪਤਾ ਕਰਦੇ ਆ ਵੀ ਇਸ ਬੰਦੇ ਦੀ ਆਪਣੀ ਚਾਹਤ ਕੀ ਹੈ, ਕਿਹੜੀ ਚੀਜ਼ ਪਸੰਦ ਕਰਦਾ। ਤਾਂ ਹੁਣ ਲੋਕਾਂ ਨੂੰ ਇਹ ਪਤਾ ਲੱਗਾ ਵੀ ਇਹ ਆਪਣੇ ਆਪ 'ਚ ਹੀ ਸੋਚਣ ਵਾਲਾ ਆ, ਆਪਣੀਆਂ ਹੀ ਫੋਟੋ ਪਸੰਦ ਕਰਦਾ ਆ, ਸੈਲਫੀਜ਼ ਲੈਣ ਵਾਲਾ ਬਹੁਤ ਆ।
ਤੇ ਉਹਨਾਂ ਨੇ ਇਹਨਾਂ ਨੂੰ ਗਿਫਟ ਵੀ ਪਹਿਲੀ ਵਾਰੀ ਇਹ ਸੁਣਿਆ ਹੋਣਾ ਤੁਸੀਂ ਕਿ ਗਿਫਟ ਇਹਨਾਂ ਨੂੰ ਇਹਨਾਂ ਦਾ ਪੋਰਟਰੇਟ ਦੇ ਰਹੇ ਆ। ਹਾਂਜੀ, ਇਹਨਾਂ ਦੀ ਫੋਟੋ ਕੱਢ ਕੇ ਇਹਨਾਂ ਦੀ ਕੋਈ ਨਾ ਕੋਈ ਆਰਟਿਸਟ ਡਰਾ ਕਰਕੇ ਫੋਟੋ ਦੇਖ ਕੇ ਇਹਨਾਂ ਨੂੰ ਗਿਫਟ ਦੇਣ ਦਾ। ਈਵਨ ਵਿਦੇਸ਼ਾਂ ਦੇ ਜਿਹੜੇ ਲੀਡਰਸ ਆਉਂਦੇ ਆ ਉਹਨਾਂ ਨੂੰ ਵੀ ਪਤਾ ਲੱਗ ਚੁੱਕਾ ਕਿ ਟਰੂਡੋ ਇੰਨਾ ਸੈਲਫ ਓਬਸੈਸਡ ਬੰਦਾ ਆ ਕਿ ਇਹਨੂੰ ਇੱਕੋ ਹੀ ਚੀਜ਼ ਪਸੰਦ ਆ ਕਿ ਇਹਦੀ ਫੋਟੋ ਹੋਵੇ। ਹਾਂਜੀ, ਚੀਨ ਦੇ ਪ੍ਰੈਜ਼ੀਡੈਂਟ ਨੂੰ ਉਹ ਵੀ ਪੂਰੀ ਰਿਸਰਚ ਕਰਕੇ ਆਉਂਦੇ ਨੇ। ਹਾਂਜੀ, ਉਹਨਾਂ ਨੇ ਜਿਹੜਾ ਪੋਰਟਰੇਟ ਦਿੱਤਾ ਇਹਨਾਂ ਨੂੰ ਕਿ ਉਹ ਇਹ ਗੱਲ ਤਾਂ ਸਾਹਮਣੇ ਆ ਗਈ ਕਿ ਜਿਹੜੇ ਵੀ ਮੰਤਰੀ ਹੋਣ ਜਾਂ ਪ੍ਰਧਾਨ ਮੰਤਰੀ ਹੋਵੇ $200 ਤੋਂ ਉੱਪਰ ਦਾ ਗਿਫਟ ਮਿਲਿਆ ਹੋਵੇ ਤਾਂ ਉਹ ਇਹਨਾਂ ਨੂੰ ਦੱਸਣਾ ਪੈਂਦਾ। ਹਾਂਜੀ, ਇਹ ਇਹਨਾਂ ਨੇ ਹੁਣੇ ਡਿਕਲੇਅਰ ਕੀਤਾ ਨਾ 2015 ਦੇ ਅਖੀਰ ਤੋਂ ਵੀ ਫੈਡਰਲ ਐਥਿਕਸ ਕਮਿਸ਼ਨ ਨੂੰ ਕਿ $200 ਤੋਂ ਵੱਧ ਮੁੱਲ ਦੇ ਇਹਨਾਂ ਨੇ 400 ਤੋਹਫਿਆਂ ਦਾ ਐਲਾਨ ਕੀਤਾ ਸੀਗਾ। ਤਾਂ ਉਹਦੇ ਵਿੱਚ 17 ਤਾਂ ਇਹਨਾਂ ਦੇ ਖੁਦ ਦੇ ਪੋਰਟਰੇਟ ਹੀ ਸੀ। ਬੰਦਿਆਂ ਨੇ ਜਿਹੜੇ ਦੇਖੋ ਵੀ ਗਿਫਟ ਲੋਕਾਂ ਨੇ ਸਮਝ ਤਾਂ ਲੈਂਦੇ ਨਾ ਲੋਕੀ ਵੀ ਇਹ ਚਾਹੁੰਦਾ ਕੀ ਆ, ਕਿੱਦਾਂ ਦੇ ਗਿਫਟ ਚਾਹੁੰਦਾ ਹੈ। ਸਾਡਾ ਪ੍ਰਧਾਨ ਮੰਤਰੀ ਇੰਨਾ ਸੈਲਫ ਓਬਸੈਸਡ ਬੰਦਾ ਹੈ, ਉਹ ਇਹ ਵੀ ਦੱਸਦਾ ਕਿ ਮੈਂ ਫਲਾਣੇ ਥਾਂ ਜਾਣਾ, ਮੇਰੇ ਨਾਲ ਰਿਪੋਰਟਰ ਨੱਠਾ ਜਾਂਦਾ, ਕੋਈ ਕੈਮਰੇਮੈਨ ਨੱਠਾ ਜਾਂਦਾ, ਸੈਲਫੀਜ਼ ਲੈ ਰਿਹਾ ਲੋਕਾਂ ਦੇ ਨਾਲ, ਟ੍ਰੇਨ 'ਚ ਸਫ਼ਰ ਕਰ ਰਹੇ ਆ, ਕਿਤੇ ਜਾ ਕੇ ਪੈਨ ਕੇ ਉਹ ਉਲਟ ਇੱਧਰ ਕਰ ਰਹੇ ਹੈਗੇ ਆ। ਪਰ ਉਹਦੀ ਫੋਟੋ ਜ਼ਰੂਰ ਆਉਣੀ ਚਾਹੀਦੀ ਹੈ, ਮਤਲਬ ਹਰ ਜਗ੍ਹਾ ਤੇ ਇਹ ਕੋਸ਼ਿਸ਼ ਹੁੰਦੀ ਹੈ। ਤੇ ਵਰਲਡ ਦੇ ਲੀਡਰਾਂ ਨੇ ਵੀ ਇਹੀ ਸਮਝ ਲਿਆ ਕਿ ਜੇ ਇਹਨੂੰ ਆਪਣੀ ਮਨਪਸੰਦੀ ਦਾ ਕੋਈ ਗਿਫਟ ਦੇਣਾ ਤੇ ਇਹਦੀ ਫੋਟੋ ਦੇ ਦਿਓ ਬਸ। ਜੀ ਡਾਕਟਰ ਸਾਹਿਬ, ਵੈਸੇ ਤਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਇਹ ਵਾਇਰਲ ਹੋਈ ਖਬਰ, ਉੱਥੇ ਵੀ ਸਾਰੇ ਜਾਣਿਆਂ ਨੇ ਇਹੀ ਕਿਹਾ ਕਿ ਇਹ ਇੰਨੇ ਕੁ ਜ਼ਿਆਦਾ ਸੈਲਫ ਓਬਸੈਸਡ ਹੈਗੇ ਕਿ ਪੂਰਾ ਦਿਨ ਇਹ ਆਪਣੇ ਆਪ ਨੂੰ ਦੇਖ ਸਕਦੇ ਆ ਤੇ ਦੇਖ ਕੇ ਖੁਸ਼ ਹੋ ਸਕਦੇ ਆ। ਦੇਖ ਲਓ ਇਹਨਾਂ ਦੇ, ਮੇਰਾ ਖਿਆਲ ਅਗਲੇ ਬੰਦੇ ਨੂੰ ਜੇ ਕੋਈ ਗਿਫਟ ਦੇਣਾ ਚਾਹੀਦਾ ਤਾਂ ਸ਼ੀਸ਼ਾ ਦੇ ਦੇਵੇ, ਲੈ ਦੇਖੀ ਚੱਲ ਹੁਣ। ਹਾਂਜੀ, ਤੁਸੀਂ ਬਿਲਕੁਲ ਸਹੀ ਕਿਹਾ ਡਾਕਟਰ ਸਾਹਿਬ, ਪਰ ਦੇਖੋ ਸਭ ਤੋਂ ਜ਼ਿਆਦਾ ਇਹਨਾਂ ਨੂੰ ਸੈਲਫ ਪੋਰਟਰੇਟ ਹੀ ਗਿਫਟ ਕੀਤੇ ਗਏ ਆ। ਹੁਣ ਰੁਕ ਕਰਦੇ ਡਾਕਟਰ ਸਾਹਿਬ ਆਪਾਂ ਅਗਲੀ ਖਬਰ ਵੱਲ। ਡਾਕਟਰ ਸਾਹਿਬ, ਜਿਹੜੀਆਂ ਇਲੈਕਟ੍ਰਿਕ ਕਾਰਾਂ ਤੇ ਸਬਸਿਡੀ ਦਿੱਤੀ ਜਾਂਦੀ ਹੈ, ਤੁਹਾਨੂੰ ਕੀ ਲੱਗਦਾ ਵੀ ਇਹ ਸੋਲੂਸ਼ਨ ਹੈਗਾ ਜਾਂ ਫਿਰ ਇਹ ਪ੍ਰੋਬਲਮ ਹੈਗੀ ਆ? ਕਿਉਂਕਿ ਜਿਹੜੇ এনवायरमेंट ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਆ ਉਹ ਕਹਿੰਦੇ ਆ ਕਿ ਈ ਬਾਈਕਸ ਜਿਹੜੀਆਂ ਹੈਗੀਆਂ ਨੇ ਉਹਦੇ ਤੇ ਵੀ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ ਤੇ ਉਹਦੇ ਨਾਲ ਬੈਨੀਫਿਟ ਬਹੁਤ ਆ, ਹੈਲਥ ਬੈਨੀਫਿਟ ਹੈਗਾ, ਸੜਕਾਂ ਦੇ ਉੱਤੇ ਜਿਹੜਾ ਟ੍ਰੈਫਿਕ ਹੈਗਾ ਉਹ ਘਟੂਗਾ। ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਹ ਜਿਹੜੀਆਂ ਸਬਸਿਡੀਜ਼ ਹੈਗੀਆਂ ਇਲੈਕਟ੍ਰਿਕ ਵਹੀਕਲਸ ਦੇ ਉੱਪਰ ਸਰਕਾਰਾਂ ਦੇ ਰਹੀਆਂ ਨੇ ਜਾਂ ਗੱਲਬਾਤ ਕਰ ਰਹੀਆਂ ਨੇ ਦੇਣ ਦੀ? ਦੇਖੋ, US ਕਾਂਗਰਸ ਨੇ ਹੁਣੇ ਹੀ ਬਿੱਲ ਪਾਸ ਜਿਹੜਾ ਕੀਤਾ ਆ ਉਹਦੇ ਵਿੱਚ ਬਿਲੀਅਨਸ ਆਫ ਡਾਲਰਸ ਦਿੱਤੇ ਆ ਕਾਰਾਂ ਦੀ ਇੰਡਸਟਰੀ ਨੂੰ ਬੇਸਿਕਲੀ। ਹਾਂਜੀ, ਜਿਹੜੀ $12,000 ਪਰ ਕਾਰ ਦੇਣੀ ਆ ਉਹਨਾਂ ਨੇ ਸਬਸਿਡੀ ਇਲੈਕਟ੍ਰਿਕ ਕਾਰ ਨੂੰ, ਉਹਦੇ ਤੇ ਜਿਹੜੇ ਤਾਂ ਅਸਲੀ এনवायरमेंटਲਿਸਟ ਪ੍ਰੇਮੀ ਆ ਤੇ ਉਹ ਆਬਜੈਕਸ਼ਨ ਲਾਉਂਦੇ ਆ। ਦੂਜੇ ਤਾਂ ਹੈਗੇ ਆ ਤਨਖਾਹ ਲੈਣ ਵਾਲੇ, ਉਹਨਾਂ ਨੇ ਪੈਸੇ ਲਏ ਹੋਣੇ ਆ, ਕਾਰ ਕੰਪਨੀਆਂ ਤੋਂ ਵੀ ਪੈਸੇ ਲਏ ਹੋਣੇ, ਸਰਕਾਰਾਂ ਤੋਂ ਵੀ ਪੈਸੇ ਲਏ ਹੋਣੇ। ਤੇ ਹੁਣੇ ਅੱਜ ਵੈਸੇ BC ਦੀ ਸਰਕਾਰ ਨੇ ਵੀ ਉਦਾਂ ਹੀ ਕਰਤਾ, ਇਹ ਕਹਿੰਦੇ ਕਿ $4,000 ਅਸੀਂ ਦੇਵਾਂਗੇ ਕ੍ਰੈਡਿਟ ਜੇ ਇਲੈਕਟ੍ਰਿਕ ਕਾਰ ਕੋਈ ਲਊਗਾ। ਹੁਣ ਬਿਨਾਂ ਸੋਚੇ ਸਮਝੇ ਇਹ ਸਕੀਮ ਆ। ਜੇ ਕਾਰਾਂ ਜਿਹੜੀਆਂ ਤੁਰੀਆਂ ਫਿਰਦੀਆਂ ਇੱਥੇ ਸਾਡੇ ਪੋਲੂਸ਼ਨ ਤਾਂ ਕਰਦੀਆਂ, ਕਾਰਬਨ ਜਾਂਦਾ ਉਹਨਾਂ ਦੇ, ਕਿਉਂਕਿ ਉਹ ਪੈਟਰੋਲ ਫੂਕਦੀਆਂ। ਹਾਂਜੀ, ਹੁਣ ਇੱਕ ਕਾਰਬਨ ਨੂੰ ਕੱਢ ਲਓ ਤੁਸੀਂ ਇਕੁਏਸ਼ਨ ਦੇ ਵਿੱਚੋਂ। ਜਿਹੜੀਆਂ ਇਲੈਕਟ੍ਰਿਕ ਕਾਰਾਂ ਆ ਉਹਨਾਂ ਦੀ ਪ੍ਰੈਜ਼ੈਂਸ ਸਟਰੀਟਸ ਦੇ ਵਿੱਚ, ਗ੍ਰੈਡਲੌਕ ਦੇ ਵਿੱਚ ਤਾਂ ਉਹੀ ਆ। ਹਾਂਜੀ, ਟ੍ਰੈਫਿਕ ਤਾਂ ਉਨਾ ਹੀ ਜੈਮ ਰਹਿਣਾ ਜਿੰਨਾ ਪਹਿਲਾਂ ਹੁੰਦਾ ਸੀ ਜੀ, ਉਹ ਤੇ ਕੋਈ ਫਰਕ ਨਹੀਂ ਪੈਣਾ। ਹਾਂਜੀ, ਸੋ ਇੱਕ ਪਾਸੇ ਇਹ ਠੀਕ ਹੈ, ਕਲੀਨ এনवायरमेंट ਹੈ ਉਹਨਾਂ ਦੀ, ਪਰ ਦੂਸਰੇ ਪਾਸੇ ਜਿਹੜੇ এনवायरमेंटਲਿਸਟ ਹੈ ਉਹ ਕਹਿੰਦੇ ਕਿ ਦੋ ਚੀਜ਼ਾਂ ਤੁਸੀਂ ਅਚੀਵ ਕਰ ਸਕਦੇ ਹੋ, ਇੱਕ ਪੰਥ ਦੋ ਕਾਜ। ਇਲੈਕਟ੍ਰਿਕ ਬਾਈਕ ਪ੍ਰਮੋਟ ਕਰੋ ਜੀ। ਇਲੈਕਟ੍ਰਿਕ ਬਾਈਕ, ਈ ਬਾਈਕ ਜਿਹਨਾਂ ਨੂੰ ਕਹਿੰਦੇ ਆ, ਉਹਦੇ ਵਿੱਚ ਦੋ ਹੀ ਚੀਜ਼ਾਂ ਹੁੰਦੀਆਂ ਆ। ਤੁਸੀਂ ਮੋਟਰ ਦੇ ਨਾਲ ਵੀ ਚਲਾ ਸਕਦੇ ਆ, ਉਹਦੇ ਵਿੱਚ ਉਹਨਾਂ ਦੀ ਜਿਹੜੀ ਬਿਜਲੀ ਨਾਲ ਚੱਲਦੇ ਆ ਬੈਟਰੀ ਦੇ ਨਾਲ, ਤਾਂ ਜੇ ਐਕਚੁਅਲੀ ਤੁਸੀਂ ਚਲਾਉਣ ਜੋਗੇ ਤਾਂ ਪੈਡਲ ਵੀ ਕਰ ਸਕਦੇ, ਪੈਡਲਿੰਗ ਵੀ ਕਰ ਸਕਦੇ ਆ। ਹਾਂਜੀ, ਸੋ ਕਹਿੰਦੇ ਬੜੀ ਹੈਲਥੀ ਚੀਜ਼ ਆ, ਕਿਉਂਕਿ ਬਹੁਤ ਬੰਦੇ ਬਾਈਕ ਇਸ ਕਰਕੇ ਨਹੀਂ ਕਰਦੇ ਕਿ ਉਹ ਇੰਨਾ ਚਿਰ ਨਹੀਂ, ਜੇ ਤੁਸੀਂ 40-45 ਮਿੰਟ ਕਿਤੇ ਜਾਣਾ ਆ ਤਾਂ ਬਾਈਕ ਜਾਣ ਲਈ ਤਾਂ ਆਉਣ ਲਈ ਬੜਾ ਮੁਸ਼ਕਲ ਹੁੰਦਾ ਜੇ ਸਿਹਤ ਤੁਹਾਡੀ
ਉਸ ਪੱਧਰ ਦੀ ਨਹੀਂ ਹੈ। ਬਹੁਤੇ ਬੰਦੇ ਤਾਂ ਮੈਂ ਦੇਖਿਆ ਇੱਥੇ 2-2 2.5 ਘੰਟੇ ਪਹਾੜਾਂ ਤੇ ਤੁਰੇ ਰਹਿੰਦੇ। ਪਰ ਜਿਹੜਾ ਆਮ ਬੰਦਾ ਵੀ ਆ ਹੋ ਸਕਦਾ 10 ਮਿੰਟ 15 ਮਿੰਟ 20 ਮਿੰਟ ਪੈਡਲਿੰਗ ਕਰਦਾ ਤਾਂ ਉਸ ਤੋਂ ਬਾਅਦ ਉਹ ਥੱਕ ਜਾਂਦਾ, ਉਹ ਮੋਟਰ ਚਲਾਉਂਦਾ। ਹਾਂਜੀ। ਤੇ ਉਹ ਈ ਬਾਈਕ ਉਹ ਤੇ ਵੀ ਤੁਰ ਪੈਂਦਾ। ਹੁਣ ਇੱਕ ਈ ਬਾਈਕ ਜਿਹੜਾ ਸਸਤੇ ਜਿਹੜੇ ਆ ਉਹ ਤਾਂ 1100-1200 ਦੇ ਮਿਲ ਜਾਂਦੇ। ਅੱਛਾ ਮਹਿੰਗੇ 3000 ਦੇ 4000 ਦੇ ਵੀ ਹੈਗੇ। ਹਾਂਜੀ। ਪਰ 1100-1200 ਵਾਲਾ ਚੱਲਦਾ ਆ ਬੜਾ ਸੋਹਣਾ ਈ ਬਾਈਕ। ਹਾਂਜੀ। ਤੇ ਜਿਹੜਾ 4000 ਹੀ ਦੇਣ ਲੱਗੇ BC ਵਾਲੇ, ਤੇ ਇਹਨਾਂ ਨੂੰ ਪੁੱਛੋ ਵੀ ਇੱਕ ਪਰਿਵਾਰ ਨੂੰ 2 ਫ੍ਰੀ ਦੇ ਦਿਓ ਵੀ ਈ ਬਾਈਕ ਹੀ ਦੇ ਦਿਓ। ਹਾਂਜੀ। ਉਹਨਾਂ ਦਾ ਕਹੋ ਕਿ ਤੁਹਾਡੇ ਕਾਰ ਦਾ ਖਰਚਾ ਕੋਈ ਨਹੀਂ ਹੈ, ਤੁਹਾਡੀਆਂ ਜਿਹੜੀਆਂ ਸਟਰੀਟਸ ਆ ਜਿੱਥੇ ਐਕਸੀਡੈਂਟਸ ਹੁੰਦੇ ਆ ICBC ਪੇ ਕਰਦੀ ਆ, ਬੰਦੇ ਮਰਦੇ ਆ। ਤੁਸੀਂ ਦੇਖੋ ਜਿਹੜੀਆਂ ਕਾਰਾਂ ਦੇ ਵਿੱਚ ਐਕਸੀਡੈਂਟ ਹੁੰਦੇ ਆ ਉਹਨਾਂ ਦੇ ਵਿੱਚ ਜਾਨਾਂ ਜਾਂਦੀਆਂ ਲੱਗਦੀਆਂ, ਜਾਂ ਕਈਆਂ ਦੇ ਇੱਦਾਂ ਦੀਆਂ ਸੱਟਾਂ ਲੱਗਦੀਆਂ ਉੱਠਣ ਜੋਗੀ ਨਹੀਂ ਰਹਿੰਦੇ ਬੰਦੇ। ਸੋ ਉਹਨਾਂ ਦਾ ਕਰਕੇ ਤੁਸੀਂ ਜੇ ਸੋਲੂਸ਼ਨ ਲੱਭਦੇ ਫਿਰਦੇ ਆ ਨਾ, ਆਹ ਸੋਲੂਸ਼ਨ ਨਹੀਂ ਹੁੰਦਾ, ਇਹ PR ਆ ਕਿ ਅਸੀਂ ਜਿਹੜੀਆਂ ਗੈਸ ਵਾਲੀਆਂ ਕਾਰਾਂ ਛੱਡ ਕੇ ਇਲੈਕਟ੍ਰਿਕ ਕਾਰਾਂ ਕਰ ਦੇਣੀਆਂ। ਤੁਸੀਂ ਐਕਚੁਅਲੀ ਕਾਰਾਂ ਦੀ ਕੰਪਨੀ ਨੂੰ ਸਬਸਿਡੀ ਦੇ ਰਹੇ ਆ। ਆਹ $4000 ਦਾ ਬਹਾਨਾ ਆ ਸਾਡਾ। ਹਾਂਜੀ। ਤਾਂ 12000 ਦਾ ਉਹਨਾਂ ਦਾ ਬਹਾਨਾ ਹੈ। ਐਕਚੁਅਲੀ ਤਾਂ ਕਾਰਾਂ ਦੀਆਂ ਕੰਪਨੀਆਂ ਨੇ ਉਹਨਾਂ ਨੇ ਕੀਮਤ ਵਧਾ ਦੇਣੀ ਹੈ। ਹਾਂਜੀ। ਉਹਨਾਂ ਨੇ ਜਿੱਦਾਂ ਪਹਿਲਾਂ ਸਬਸਿਡੀ ਦੇਣ ਲੱਗੇ, ਜਿਹੜੇ ਸਬਸਿਡੀ ਤੇ ਨਹੀਂ ਜਿਹੜਾ ਟੈਕਸ ਮਾਫ ਕਰਨ ਲੱਗੇ ਸੀ ਗੈਸ ਤੇ, ਜਿਹੜਾ ਗੈਸ ਵੇਚਦੇ ਇੱਥੇ ਗੈਸ ਸਟੇਸ਼ਨ ਤੇ। ਹਾਂਜੀ। ਪੈਟਰੋਲ ਉਹ ਤੇ ਉਹ ਕਹਿੰਦੇ ਸੀ ਵੀ ਜਿਹੜਾ ਸਰਕਾਰ ਆਪਣਾ ਟੈਕਸ ਘੱਟ ਕਰ ਦੇਵੇ, ਪਰ ਅਲਬਰਟਾ ਵਾਲਿਆਂ ਦੇ ਵਿੱਚ ਉਹਨਾਂ ਨੇ ਘੱਟ ਕੀਤਾ ਵੀ ਗੈਸ ਸਟੇਸ਼ਨ ਵਾਲਿਆਂ ਨੇ ਪ੍ਰਾਈਸ ਵਧਾਤੀ। ਹਾਂਜੀ। ਸੋ ਇਹ ਕੰਮ ਕਾਰਾਂ ਦੀਆਂ ਕੰਪਨੀਆਂ ਨੇ ਵੀ ਕਰਨਾ ਹੈ। ਜਿਹੜੀ ਕੀਮਤ ਜਿਹੜੀ ਤੁਸੀਂ 12000 ਦੀ ਜਾਂ 4000 ਦੀ ਤੁਸੀਂ ਸਬਸਿਡੀ ਦੇ ਰਹੇ ਆ, ਤੁਸੀਂ ਐਕਚੁਅਲੀ ਕੰਪਨੀ ਵਾਲਿਆਂ ਨੂੰ ਹੁਣ ਦੇ ਰਹੇ ਆ ਕਿ ਕੰਪਨੀ ਵਾਲਿਆਂ ਨੇ ਉਹ ਕੀਮਤ ਵਧਾ ਦੇਣੀ ਹੈ। ਹਾਂਜੀ। ਜੇ ਉਹੀ ਪੈਸੇ ਤੁਸੀਂ ਇਲੈਕਟ੍ਰਿਕ ਈ ਬਾਈਕ ਤੇ ਦਿੰਨੇ ਆ ਤੇ ਇੱਕ ਤਾਂ ਬਹੁਤ ਸਾਫ਼ এনवायरमेंट ਆ, ਤੁਸੀਂ ਕੋਈ ਗ੍ਰਿਡ ਲੌਕ ਨਹੀਂ, ਕਿਤੇ ਕਾਰਾਂ ਨਹੀਂ ਖੜਦੀਆਂ। ਤੁਸੀਂ ਸਵੇਰ ਨੂੰ ਜਾਣਾ ਹੋਵੇ ਕਿ ਘੰਟਾ ਲੱਗ ਜਾਂਦਾ ਇੱਥੇ ਬ੍ਰਿਜ ਕ੍ਰਾਸ ਕਰਦਿਆਂ। ਹਾਂਜੀ। ਈ ਬਾਈਕ ਦੇ ਨਾਲ ਹੀ ਪ੍ਰੋਬਲਮ ਨਹੀਂ ਪਊਗੀ। ਅੱਛਾ ਈ ਬਾਈਕ ਦੇ ਨਾਲ ਇਹ ਵੀ ਚੁਆਇਸ ਹੁੰਦੀ ਆ, ਹੈਲਥੀ ਚੁਆਇਸ ਹੈ, ਲੋਕਾਂ ਦੀ ਹੈਲਥ ਦੇ ਸਿਹਤ ਲਈ ਚੰਗੀ ਗੱਲ ਹੈ ਕਿ ਜਿੰਨਾ ਚਿਰ ਤੁਸੀਂ ਕਰ ਸਕਦੇ 5 ਮਿੰਟ ਕਰ ਲਓ, 10 ਮਿੰਟ ਕਰ ਲਓ, 15 ਮਿੰਟ ਕਰ ਲਓ, ਤੁਸੀਂ ਉਹਨੂੰ ਪੈਡਲਿੰਗ ਕਰ ਸਕਦੇ। ਜਦੋਂ ਥੱਕ ਗਏ ਤੇ ਫਿਰ ਉਹਨੂੰ ਮੋਟਰ ਤੇ ਚਲਾਉਣਾ ਸ਼ੁਰੂ ਕਰ ਦਿਓ। ਹਾਂਜੀ। ਇਹ ਹੈਗੇ ਸੋਲੂਸ਼ਨ। ਤੇ ਜਿਹੜੇ ਇਹ ਬਦਦਿਮਾਗੀ ਨਾਲ ਬੈਠੀ ਵਿਕਟੋਰੀਆ ਵਾਲੀ ਸਰਕਾਰ ਸੋਚ ਕੇ 4000 ਅਸੀਂ ਵੀ ਦਿੰਨੇ ਆ, 4000 ਤੁਸੀਂ ਕੰਪਨੀਆਂ ਨੂੰ ਦਿੰਨੇ ਆ। ਹੁਣ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਮੰਤਰੀ ਆ ਇਹਨਾਂ ਨੇ ਕਿਤੇ ਅਪਲਾਈ ਕੀਤਾ ਹੋਣਾ ਵੀ ਸਾਨੂੰ ਬਾਅਦ ਦੇ ਵਿੱਚ 24 ਦੇ ਵਿੱਚ ਹਟ ਜਾਣਾ, ਸਾਨੂੰ ਜੌਬਾਂ ਵੀ ਦਿਓ ਜੀ। ਜਿਹੜਾ ਸੋਲੂਸ਼ਨ ਆ ਉਹ ਪਹਿਲਾਂ ਸੋਚ ਸਮਝ ਕੇ ਦਿਆ ਕਰੋ। এনवायरमेंटल ਗਰੁੱਪ 2 ਤਰ੍ਹਾਂ ਦੇ ਆ, ਇੱਕ ਤਾਂ ਉਹ ਆ ਜਿਹੜੇ ਕੰਪਨੀਆਂ ਦੇ ਪੈਸਿਆਂ ਤੇ ਚੱਲਦੇ ਆ ਜੀ, ਜਿਨ੍ਹਾਂ ਨੇ ਮੋਟੀਆਂ ਤਨਖਾਹਾਂ ਲੈਣੀਆਂ ਹੁੰਦੀਆਂ, ਉਹ ਵੀ ਉਹੀ ਆਹ ਰੌਲਾ ਪਾਉਂਦੇ ਆ ਕਿ ਤੁਸੀਂ ਇਲੈਕਟ੍ਰਿਕ ਕਾਰਾਂ ਕਰੋ, ਤੁਸੀਂ ਇਲੈਕਟ੍ਰਿਕ ਕਾਰਾਂ ਕਰੋ। ਜਿਹੜੇ ਅਸਲੀ ਵਾਤਾਵਰਨ ਵਾਲੇ ਆ ਉਹ ਕਹਿੰਦੇ ਨਹੀਂ ਅਸੀਂ ਤਾਂ ਕਾਰਾਂ ਦੀ ਗੱਲ ਹੀ ਨਹੀਂ ਕਰਦੇ। ਹਾਂਜੀ। ਅਸੀਂ ਕਹਿੰਦੇ ਕਾਰਾਂ ਆਪਣੇ ਆਪ ਦੇ ਵਿੱਚ ਹੀ ਪ੍ਰੋਬਲਮ ਆ ਜੀ। ਤੁਸੀਂ ਜੇ ਸੋਲੂਸ਼ਨ ਲਿਆਉਣਾ ਸਾਡੀ ਸਿਹਤ ਲਈ ਵੀ ਚੰਗੀ ਗੱਲ ਹੈ, ਈ ਬਾਈਕ ਦੇ ਦਿਓ। ਹਾਂਜੀ। ਉਹ ਕਹਿੰਦੇ ਕਿ ਈ ਬਾਈਕਸ ਨੂੰ ਤੁਸੀਂ ਪ੍ਰਮੋਟ ਕਰੋ, ਜੇ ਕੋਈ ਇਨਸੈਂਟਿਵ ਦੇਣੇ ਹੈਗੇ ਤਾਂ ਈ ਬਾਈਕਸ ਵਾਲਿਆਂ ਨੂੰ ਦੇਵੋ। ਦੇਖੋ ਪਹਿਲਾਂ ਇੱਕ ਵਾਰੀ ਕਲਚਰਲ ਰੈਵੋਲੂਸ਼ਨ ਦੇ ਦੌਰਾਨ ਚੀਨ ਵਾਲਿਆਂ ਨੇ ਮਾਓ ਜ਼ੇਡੁੰਗ ਨੇ ਕਹਿਤਾ ਵੀ ਜਿਹੜੇ ਲੋਕੀ ਬੱਸਾਂ ਜਾਂਦੇ ਆ, ਗੱਟਿਆਂ ਜਾਂਦੇ ਆ, ਕਾਰਾਂ ਲੈ ਕੇ ਜਾਂਦੇ ਆ, ਜੇ ਉਹ ਬਾਈਕਿੰਗ ਕਰਕੇ ਜਾਇਆ ਕਰਨ ਕੰਮ ਤੇ ਤਾਂ ਬਹੁਤ ਵਧੀਆ ਗੱਲ ਹੈ। ਹਾਂਜੀ। ਤੇ ਇਹਨਾਂ ਨੇ ਫੋਟੋ ਦਿਖਾ, ਤੁਸੀਂ ਜੇ 70-71 ਦੀਆਂ ਇੱਥੇ ਦੇ ਪੇਪਰਾਂ ਦੀਆਂ ਫੋਟੋ ਦੇਖਦੇ ਨਾ, ਇਹ ਮਜ਼ਾਕ ਉਡਾਉਂਦੇ ਚੀਨ ਦਾ ਕਿ ਉੱਥੇ ਹਜ਼ਾਰਾਂ ਲੋਕੀ ਬਾਈਕ ਤੇ ਜਾ ਰਹੇ। ਇਹ ਉਸ ਗੱਲ ਦਾ ਮਜ਼ਾਕ ਉਡਾ ਰਹੇ ਸੀ ਉਸ ਵੇਲੇ ਵੀ ਇਹ ਕਿੰਨੇ ਗਰੀਬ ਆ, ਇਹ ਬਾਈਕ ਤੇ ਜਾ ਰਹੇ, ਅਸੀਂ ਅਮੀਰ ਲੋਕ ਆ, ਅਸੀਂ ਕਾਰਾਂ ਜਾ ਰਹੇ। ਹੁਣ ਅਮੀਰੀ ਆ ਕੇ ਚੁੰਡੀਆਂ ਵੱਢਦੀ ਇਹਨਾਂ ਦੇ। ਉਹੀ ਕਾਰਾਂ ਦੇ ਵਿੱਚ ਉਹੀ ਮਰਦੇ ਆ, ਉਹਨਾਂ ਕਾਰਾਂ ਦੇ ਵਿੱਚ ਇਹਨਾਂ ਦੇ ਹੱਡੀਆਂ ਟੁੱਟਦੀਆਂ ਆ, ਇੱਥੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ। ਇੱਥੇ ਲੋਕੀ ਤੁਰਦੇ ਆ, ਮੈਂ ਦੇਖਦਾ
80 ਤੇ ਵੀ ਤੁਰਦੇ ਆ, 128 ਤੇ ਵੀ ਤੁਰਦੇ ਆ। ਤੁਸੀਂ ਠੀਕ ਹੈ, ਤੁਰਨਾ ਚੰਗੀ ਗੱਲ ਹੈ, ਪਰ ਕਾਰਾਂ ਦੇ ਜਿਹੜੇ ਫਿਊਮਸ ਆਉਂਦੇ ਆ ਉਹ ਤਾਂ ਤੁਹਾਡੇ ਅੰਦਰ ਜਾਂਦੇ ਨਾ। ਹਾਂਜੀ, ਇਹ ਕੋਈ ਸੇਫ ਗੱਲ ਨਹੀਂ ਹੈ। ਤੁਸੀਂ ਪਾਰਕ ਦੇ ਵਿੱਚ ਤੁਰਦੇ ਜੁਦੀ ਗੱਲ ਹੈ, ਜਦੋਂ ਸਟਰੀਟ ਦੇ ਵਿੱਚ ਉੱਤੇ ਤੁਰਦੇ ਆ ਇਹਦੇ ਨਾਲ ਤੁਹਾਡੇ ਫੇਫੜਿਆਂ ਦੇ ਵਿੱਚ ਲੌਂਗ ਟਰਮ ਡੈਮੇਜ ਹੁੰਦਾ। ਹਾਂਜੀ ਡਾਕਟਰ ਸਾਹਿਬ, ਬਿਲਕੁਲ ਸਹੀ ਕਿਹਾ ਤੁਸੀਂ। ਹੁਣ ਆ ਜਿਹੜੀ ਈ ਬਾਈਕ ਦੀ ਇੱਕ ਸੋਲੂਸ਼ਨ ਹੈ ਕਿ ਉਹਦੇ ਵਿੱਚ ਉਹ ਜਿਹੜੇ ਤੁਰੇ, ਜੇ ਲੋਕੀ ਫਿਰ ਤੁਰਿਆ ਵੀ ਕਰਨਗੇ ਸਟਰੀਟ ਦੇ ਵਿੱਚ, ਸਾਰੇ ਪਾਸੇ ਈ ਬਾਈਕ ਜਾ ਰਿਹਾ ਜ਼ਿਆਦਾ, ਤੇ ਇਹ ਬੜੀ এনवायरमेंट ਵਾਤਾਵਰਣ ਸਾਫ਼ ਹੋਊਗੀ। ਹਾਂਜੀ, ਤੇ ਦੂਸਰਾ ਐਕਸੀਡੈਂਟ ਨਾ ਹੋਣਗੇ। ਜੀ ਡਾਕਟਰ ਸਾਹਿਬ, ਬਿਲਕੁਲ ਤੁਸੀਂ ਸਹੀ ਕਿਹਾ ਕਿ ਜਿਹੜੇ ਵਾਤਾਵਰਣ ਪ੍ਰੇਮੀ ਅਸੀਂ ਗੱਲ ਕਰਦੇ ਹੋ ਬਿਲਕੁਲ ਸਹੀ ਕਹਿੰਦੇ ਹੈਗੇ। ਈ ਬਾਈਕਸ ਦੇ ਉੱਪਰ ਜੇ ਇਹ ਦਿੰਦੇ ਆ ਕੋਈ ਸਬਸਿਡੀ, ਉਹਨੂੰ ਪ੍ਰਮੋਟ ਕਰਦੇ ਹੈਗੇ ਆ, ਤਾਂ ਇਹ ਵਾਕਈ ਇੱਕ ਸੋਲੂਸ਼ਨ ਲੱਗਦਾ, ਕਿਉਂਕਿ ਇਹਦੇ ਨਾਲ ਲੋਕਾਂ ਦੀ ਸਿਹਤ ਦੇ ਵਿੱਚ ਵੀ ਸੁਧਾਰ ਹੋਣਾ। ਤੇ ਅੱਜ ਦਾ ਵਿਚਾਰ ਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ, ਜਦੋਂ ਪੁੱਤ ਬੋਲਣਾ ਵੀ ਨਹੀਂ ਸੀ ਜਾਣਦਾ ਤਾਂ ਮਾਂ ਸਭ ਕੁਝ ਸਮਝ ਜਾਂਦੀ ਸੀ, ਪਰ ਜਦੋਂ ਪੁੱਤ ਬੋਲਣ ਲੱਗਦਾ ਤਾਂ ਹੁਣ ਗੱਲ-ਗੱਲ ਦੇ ਵਿੱਚ ਕਹਿ ਦਿੰਦਾ, ਛੱਡ ਮਾਂ, ਤੂੰ ਨਹੀਂ ਸਮਝੇਂਗੀ। ਇਸ ਨੋਟ ਤੇ ਅਸੀਂ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। ਸਟੂਡੀਓ ਦਾ ਨੰਬਰ ਹੈ 604591916045929191। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@radioindia.ca ਤੇ। ਡੇਲੀ ਨਿਊਜ਼ ਅਪਡੇਟ ਦੇ ਲਈ ਸਾਡੇ ਸੋਸ਼ਲ ਮੀਡੀਆ ਹੈਂਡਲਸ ਤੇ ਸਾਨੂੰ ਫੋਲੋ ਜ਼ਰੂਰ ਕਰੋ। ਟਵਿੱਟਰ, ਇੰਸਟਾਗ੍ਰਾਮ ਤੇ ਫੇਸਬੁੱਕ ਜੀ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਸਾਡਾ YouTube ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰੋ, ਉੱਥੇ ਜਾ ਕੇ ਸਾਡੇ ਪ੍ਰੋਗਰਾਮ ਸੁਣੋ। ਜੇਕਰ ਤੁਹਾਨੂੰ ਸਾਡਾ ਕੋਈ ਵੀ ਪ੍ਰੋਗਰਾਮ ਚੰਗਾ ਲੱਗ ਰਿਹਾ ਤਾਂ ਤੁਸੀਂ ਲਾਈਕ ਕਰਕੇ ਸ਼ੇਅਰ ਕਰ ਦਿਓ, ਤੇ ਜੇਕਰ ਤੁਹਾਨੂੰ ਸਾਡੇ ਕਿਸੇ ਪ੍ਰੋਗਰਾਮ ਦੇ ਬਾਰੇ ਤੁਹਾਡੀ ਕੋਈ ਰਾਏ ਹੈਗੀ ਹੈ, ਕੋਈ ਪ੍ਰੋਗਰਾਮ ਤੁਹਾਨੂੰ ਚੰਗਾ ਨਹੀਂ ਵੀ ਲੱਗ ਰਿਹਾ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੇ ਵਿਚਾਰ ਲਿਖ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਨਾਲ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਵੀ ਜ਼ਿਆਦਾ ਬਿਹਤਰ ਬਣਾ ਸਕਦੇ ਹਾਂ।